ਹੈਲੋ ਫਰੈਂਡਸ, ਗਿਲਸ ਮੈਂਟੋਰ ਦੇ ਔਫੀਸ਼ੀਅਲ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਪਣਾ ਲੈਕਚਰ ਦੂਜਾ ਸਟਾਰਟ ਕਰਨ ਲੱਗੇ ਹਾਂ। ਲੈਕਚਰ ਫਸਟ ਵਿੱਚ ਅਸੀਂ ਸਾਰੇ ਅਕਾਊਂਟਿੰਗ ਟਰਮ ਦੇਖੇ ਸੀ, ਕੁਝ ਬੇਸਿਕ ਡੈਫੀਨੇਸ਼ਨਸ ਪੜ੍ਹੀਆਂ ਸੀ। ਸਾਨੂੰ ਇਹ ਪਤਾ ਲੱਗਿਆ ਸੀ ਅਕਾਊਂਟ ਕਿਸ ਨੂੰ ਕਹਿੰਦੇ ਆ, ਅਕਾਊਂਟੈਂਸੀ ਕਿਹਨੂੰ ਕਹਿੰਦੇ ਆ, ਅਕਾਊਂਟਿੰਗ ਕਿਹਨੂੰ ਕਹਿੰਦੇ ਆ। ਕੁਝ ਬੇਸਿਕ ਟਰਮਨੋਲੋਜੀ ਦੇਖੀ ਸੀ, ਡੈਟਰਸ, ਕ੍ਰੈਡੀਟਰਸ, ਸੈਕਟਰ, ਸਭ ਕੁਝ ਇੰਨਾ ਕੁਝ ਦੇਖਿਆ ਸੀ ਆਪਾਂ ਨੇ। ਤਾਂ ਹੁਣ ਆਪਾਂ ਉਸ ਤੋਂ ਅੱਗੇ ਥੋੜ੍ਹਾ ਕੰਟੀਨਿਊ ਕਰਨ ਲੱਗੇ ਹਾਂ, ਕਿਉਂਕਿ ਇਹ ਫੰਡਾਮੈਂਟਲਸ ਹੈ, ਇਹਨਾਂ ਨੂੰ ਫੰਡਾਮੈਂਟਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਇਸ ਤੋਂ ਬਿਨਾਂ ਸਮਝਿਆ ਸਾਡਾ ਅਸੀਂ ਅਗਲੇ ਮੈਥਡ ਨਹੀਂ ਸਮਝ ਸਕਦੇ, ਅਸੀਂ ਅਗਲੀ ਅਕਾਊਂਟਿੰਗ ਨੂੰ ਨਹੀਂ ਸਮਝ ਸਕਦੇ। ਕੁਛ ਜਦੋਂ ਸਾਨੂੰ ਫੰਡਾਮੈਂਟਲ ਦਾ ਬੇਸ ਪੱਕਾ ਹੋਏਗਾ ਨਾ, ਤਾਂ ਅਸੀਂ ਸਭ ਕੁਝ ਅੱਗੋਂ ਸਮਝ ਲਵਾਂਗੇ। ਬਟ ਜੇ ਸਾਡਾ ਬੇਸ ਨਹੀਂ ਪੱਕਾ ਹੋਏਗਾ, ਆਪਾਂ ਅੱਗੇ ਨਹੀਂ ਸਮਝ ਸਕਦੇ। ਤਾਂ ਸਾਨੂੰ ਬੇਸਿਕ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਤਾਂ ਜੋ ਵੀ ਤੁਹਾਨੂੰ ਅੱਜ ਮੈਂ ਪੜ੍ਹਾਵਾਂਗਾ, ਤਾਂ ਉਸਦੇ ਉੱਪਰ ਜੇ ਤੁਹਾਨੂੰ ਕੋਈ ਵੀ ਤੁਹਾਨੂੰ ਡਾਊਟ ਆਉਂਦਾ, ਤੁਸੀਂ ਕਮੈਂਟ ਕਰਿਓ, ਮੈਨੂੰ ਪੁੱਛਿਓ। ਮੈਂ ਤੁਹਾਨੂੰ ਅਗਲੇ ਲੈਕਚਰ 'ਚ ਉਸਦੀ ਕਲੈਰਿਟੀ ਦੇਵਾਂਗਾ। ਓਕੇ ਫਰੈਂਡਸ, ਚਲੋ ਅਸੀਂ ਸਟਾਰਟ ਕਰਦੇ ਹਾਂ। ਅੱਜ ਅਸੀਂ 6 ਟੌਪਿਕਸ ਪੜ੍ਹਾਂਗੇ। ਸਭ ਤੋਂ ਪਹਿਲਾ ਟੌਪਿਕ ਹੈ ਅਕਾਊਂਟਿੰਗ ਕੰਸੈਪਟਸ ਐਂਡ ਕਨਵੈਨਸ਼ਨਸ। ਮਤਲਬ ਕਿ ਜਿਹੜੇ ਕੰਸੈਪਟ ਐਂਡ ਕਨਵੈਨਸ਼ਨ ਹੈ, ਜਿਸ ਦੇ ਆਧਾਰ 'ਤੇ ਅਕਾਊਂਟਿੰਗ ਸਾਰੀ ਚੱਲਦੀ ਹੈ, ਉਸਦੇ ਬਾਰੇ ਗੱਲ ਕਰਾਂਗੇ। ਅਕਾਊਂਟਿੰਗ ਸਟੈਂਡਰਡਸ, ਜਿਹੜੇ ਰੂਲਸ ਐਂਡ ਰੈਗੂਲੇਸ਼ਨਸ ਹੈ ਅਲੱਗ-ਅਲੱਗ ਅਕਾਊਂਟਿੰਗ ਲਈ, ਜਿਵੇਂ ਡੈਪਰੀਸੀਏਸ਼ਨ ਲਈ, ਫਿਕਸਡ ਐਸਟ ਲਈ, ਲਾਇਬਿਲਿਟੀ ਲਈ, ਇਨਵੈਂਟਰੀ ਸਟਾਕ ਲਈ, ਸਾਰਿਆਂ ਲਈ ਪੋਲਿਸੀਜ਼ ਹੈ। ਕੋਈ ਜਿਹੜੀ ਪਰਟੀਕੂਲਰ ਬਿਜ਼ਨਸ ਹੈ ਉਹ ਕਿਸ ਤਰ੍ਹਾਂ ਚੱਲਦੀ ਹੈ, ਸਿਸਟਮ ਆਫ ਅਕਾਊਂਟਸ ਹੈ, ਅਕਾਊਂਟਸ ਦਾ ਸਿਸਟਮ ਕਿਵੇਂ ਹੈ, ਟਾਈਪਸ ਆਫ ਅਕਾਊਂਟਸ ਹੈ, ਗੋਲਡਨ ਅਕਾਊਂਟਿੰਗ ਰੂਲਸ ਵੈਰੀ ਇੰਪੋਰਟੈਂਟ। ਇਸ ਦੇ ਨਾਲ ਤੁਹਾਨੂੰ ਅੱਛਾ ਬੈਨੀਫਿਟ ਹੋਏਗਾ। ਤੁਹਾਨੂੰ ਇੱਕ ਮਤਲਬ ਤੁਹਾਡਾ ਸਟਾਰਟ ਹੋਣਾ, ਰਿਕਾਰਡਿੰਗ ਟ੍ਰਾਂਜੈਕਸ਼ਨ ਕਰਨੀ ਆ ਜਾਏਗੀ, ਤੁਹਾਨੂੰ ਪਤਾ ਲੱਗ ਜਾਏਗਾ। ਠੀਕ ਹੈ ਫਰੈਂਡਸ, ਹੁਣ ਆਪਾਂ ਪਹਿਲਾਂ ਦੇਖਾਂਗੇ ਅਕਾਊਂਟਿੰਗ ਕੰਸੈਪਟ ਐਂਡ ਕਨਵੈਨਸ਼ਨ। ਕੁਝ ਕੰਸੈਪਟ ਹੈ, ਕੁਝ ਕਨਵੈਨਸ਼ਨ ਹੈ ਜਿਹੜੇ ਫੋਲੋ ਕਰਨੇ ਪੈਂਦੇ ਆ, ਜਿਸ ਦੇ ਆਧਾਰ 'ਤੇ ਹੀ ਜਿਹੜੇ ਪ੍ਰਿੰਸੀਪਲਸ ਹੈ, ਮਤਲਬ ਕਹਿੰਦੇ ਆ ਨਾ, ਆਪਾਂ ਕੋਈ ਬਿਜ਼ਨਸ ਸਟਾਰਟ ਕਰਦੇ ਹਾਂ, ਆਪਾਂ ਕੁਛ ਸਾਡੇ ਕੁਝ ਪ੍ਰਿੰਸੀਪਲਸ ਹੁੰਦੇ, ਉਸ ਨੂੰ ਆਪਾਂ ਫੋਲੋ ਕਰਕੇ ਚੱਲਦੇ ਹਾਂ। ਉਸ ਤੋਂ ਫੋਲੋ ਦੇ ਬਿਨਾਂ ਆਪਾਂ ਕੋਈ ਅਕਾਊਂਟਿੰਗ ਕੰਸੈਪਟ, ਕੋਈ ਸਾਨੂੰ ਪੁੱਛੇ ਤੁਹਾਡੇ ਪ੍ਰਿੰਸੀਪਲਸ ਕੀ ਹੈ, ਜਿਸ ਦੇ ਆਧਾਰ 'ਤੇ ਤੁਹਾਡਾ ਪੂਰਾ ਬਿਜ਼ਨਸ ਦਿਖਦਾ ਨਾ, ਕਿ ਤੁਹਾਡੇ ਕੁਝ ਪ੍ਰਿੰਸੀਪਲ ਇਸੇ ਤਰ੍ਹਾਂ ਅਕਾਊਂਟ ਦੇ ਪ੍ਰਿੰਸੀਪਲਸ ਹੈ, ਜਿਸ ਤੋਂ ਤੁਹਾਨੂੰ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਅਸੀਂ ਇਸ ਨੂੰ ਰਿਲੇਟ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਬਿਜ਼ਨਸ ਐਂਟੀਟੀ ਕੰਸੈਪਟ। ਬਿਜ਼ਨਸ ਐਂਟੀਟੀ ਕੰਸੈਪਟ ਕਿਹਨੂੰ ਕਹਿੰਦੇ ਆ? ਬਿਜ਼ਨਸ ਐਂਟੀਟੀ ਕੰਸੈਪਟ ਉਸ ਨੂੰ ਕਹਿੰਦੇ ਆ ਜਿਸ ਦਾ ਓਨਰ ਅਤੇ ਇੱਕ ਜਿਹੜੀ ਉਸਦੀ ਬਿਜ਼ਨਸ ਹੈ ਉਸ ਦਾ ਡਿਫਰੈਂਟ ਹੁੰਦਾ ਹੈ। ਮਤਲਬ ਕਿ ਓਨਰ ਆਪਣਾ ਖਰਚਾ ਆਪਣੇ ਬਿਜ਼ਨਸ ਤੋਂ ਨਹੀਂ ਲੈ ਸਕਦਾ, ਅਤੇ ਬਿਜ਼ਨਸ ਆਪਣਾ ਖਰਚਾ ਓਨਰ ਤੋਂ ਨਹੀਂ ਲੈ ਸਕਦਾ। ਮਤਲਬ ਉਹਦਾ ਆਪਣਾ ਖਰਚਾ ਉਹਦੇ ਨਾਲ ਰਿਲੇਟ ਕਰ ਸਕਦਾ, ਅਤੇ ਓਨਰ ਦਾ ਆਪਣਾ ਖਰਚਾ ਉਹਦੇ ਨਾਲ ਰਿਲੇਟ ਕਰ ਸਕਦਾ। ਜਿਵੇਂ ਓਨਰ ਨੇ ਬਿਜ਼ਨਸ ਲਈ ਕੈਪੀਟਲ ਇਨਵੈਸਟ ਕੀਤੀ, ਮਤਲਬ ਕੈਪੀਟਲ ਉਸਨੇ ਡਿਪੋਜ਼ਿਟ ਕੀਤੀ ਬੈਂਕ ਵਿੱਚ, ਤਾਂ ਉਸ ਵਿੱਚੋਂ ਉਹ ਆਪਣੇ ਪਰਿਵਾਰ ਲਈ ਪੈਸਾ ਨਹੀਂ ਕੱਢ ਸਕਦਾ। ਮਤਲਬ ਜੇ ਆਪਣੇ ਪਰਿਵਾਰ ਲਈ ਪੈਸਾ ਕੱਢੇਗਾ, ਉਸਨੂੰ ਬਿਜ਼ਨਸ ਵਿੱਚ ਨਹੀਂ ਰਿਲੇਟ ਕਰਾਂਗੇ, ਉਸਨੂੰ ਇੱਕ ਤਰ੍ਹਾਂ ਦਾ ਆਪਾਂ ਖਰਚਾ ਮੰਨਾਂਗੇ ਬਿਜ਼ਨਸ ਦਾ, ਕਿ ਇਸਨੇ ਬਿਜ਼ਨਸ ਤੋਂ ਖਰਚਾ ਕੀਤਾ, ਤਾਂ ਉਸਨੂੰ ਪੇ ਕਰਨਾ ਪਏਗਾ, ਕਿਉਂਕਿ ਉਸਦੇ ਅਕਾਊਂਟ 'ਚ ਆਪਾਂ ਦਿਖਾਵਾਂਗੇ ਨਾ। ਇਹ ਉਹਦੇ ਬਿਜ਼ਨਸ ਵਿੱਚ ਨਹੀਂ ਜੁੜੇਗਾ। ਇਹ ਬਿਜ਼ਨਸ ਨੂੰ ਡਿਫਰੈਂਸ਼ੀਏਟ ਕਰਦਾ ਹੈ ਓਨਰ ਦੀ ਉਹ ਪਰਸਨਲ ਲਾਈਫ ਤੋਂ, ਅਤੇ ਪਰਸਨਲ ਉਸਦੇ ਆਪਣੇ ਐਕਸਪੈਂਸਿਸ ਤੋਂ, ਅਤੇ ਬਿਜ਼ਨਸ ਤੋਂ। ਸੈਕਿੰਡ ਹੁੰਦਾ ਕੰਸੈਪਟ ਹੈ ਮਨੀ ਮੇਜਰ ਕੰਸੈਪਟ। ਮਨੀ ਮੇਜਰ ਤੋਂ ਤੁਸੀਂ ਸਮਝ ਹੀ ਰਹੇ ਹੋ ਕਿ ਕੋਈ ਵੀ ਟ੍ਰਾਂਜੈਕਸ਼ਨ ਹੈ, ਕੋਈ ਵੀ ਟਰਮ ਹੈ, ਕੋਈ ਪ੍ਰੋਡਕਟ ਹੈ, ਕੁਛ ਵੀ ਹੈ, ਉਹਦਾ ਮਨੀ ਵਿੱਚ ਹੋਣਾ, ਵੈਲਿਊ ਹੋਣੀ ਬਹੁਤ ਜ਼ਰੂਰੀ ਹੈ। ਬਿਨਾਂ ਮਨੀ ਦੀ ਵੈਲਿਊ ਤਾਂ ਤੁਸੀਂ ਉਸਨੂੰ ਨਹੀਂ ਡਿਫਾਈਨ ਕਰ ਸਕਦੇ। ਠੀਕ ਹੈ, ਇੱਕ ਹੈ ਕੁਆਂਟੀਟਿਵ, ਇੱਕ ਹੈ ਕੁਆਲੀਟੇਟਿਵ ਹੋ ਗਿਆ ਕਿ ਇਸਦਾ ਕੰਮ ਬਹੁਤ ਵਧੀਆ, ਇਹ ਕੰਮ ਬਹੁਤ ਅੱਛਾ ਕਰਦਾ, ਮੈਨੂੰ ਇਹਦੇ ਸਾਰੇ ਪ੍ਰੋਡਕਟਸ ਵਧੀਆ ਲੱਗਦੇ ਹੈ। ਇਹ ਐਸੀ ਟ੍ਰਾਂਜੈਕਸ਼ਨ ਨਹੀਂ ਹੋ ਸਕਦੀਆਂ, ਸਿਰਫ ਐਸੀ ਟ੍ਰਾਂਜੈਕਸ਼ਨ ਹੋ ਸਕਦੀਆਂ ਕੁਛ ਆਪਾਂ ਪਰਚੇਸ ਕਰ ਰਹੇ ਹਾਂ, ਕੋਈ ਆਪਾਂ ਖਰਚਾ ਪੇ ਕਰ ਰਹੇ ਹਾਂ, ਕੈਰੇਜ ਇਨਵਰਡ ਪੇ ਕਰ ਰਹੇ ਹਾਂ, ਉਸਦਾ ਕੁਝ ਪੈਸਾ ਪੇ ਕੀਤੇ ਆਪਾਂ, ਜਿਸ ਵਿੱਚ ਮਨੀ ਇਨਵੋਲਵ ਹੋ ਗਈ, ਉਸਨੂੰ ਕਹਾਂਗੇ ਮਨੀ ਮੇਜਰ ਕੰਸੈਪਟ। ਅਕਾਊਂਟਿੰਗ ਪੀਰੀਅਡ ਕੰਸੈਪਟ ਇਹ ਹੋ ਗਿਆ। ਹੁਣ ਆਪਾਂ ਬਿਜ਼ਨਸ ਤਾਂ ਸਟਾਰਟ ਕਰ ਲਿਆ, ਪਰ ਸਾਨੂੰ ਕਿੱਥੇ ਜਾ ਕੇ ਰੁਕਣਾ ਵੀ ਤਾਂ ਪਏਗਾ ਨਾ, ਕਿ ਸਾਨੂੰ ਇਹ ਪਤਾ ਲੱਗ ਸਕੇ ਕਿ ਪ੍ਰੋਫਿਟ ਹੋਏਗਾ, ਲੋਸ ਹੋਏਗਾ, ਕੁਛ ਤਾਂ ਪਤਾ ਲੱਗ ਸਕੇ ਨਾ। ਜੇ ਸਾਨੂੰ ਪ੍ਰੋਫਿਟ ਦਾ ਲੋਸ ਨਹੀਂ ਪਤਾ ਲੱਗੇਗਾ, ਸਾਨੂੰ ਅਸੀਂ ਕਿਸ ਤਰ੍ਹਾਂ ਡਿਫਾਈਨ ਕਰਾਂਗੇ? ਠੀਕ ਹੈ ਨਾ, ਤਾਂ ਸਾਨੂੰ ਕਿੱਥੇ ਜਾ ਕੇ ਰੋਕਣਾ ਪਏਗਾ? ਤਾਂ ਇੱਕ ਫਾਈਨੈਂਸ਼ੀਅਲ ਈਅਰ ਹੁੰਦਾ ਪੂਰਾ 31 ਅਪ੍ਰੈਲ 31 ਮਾਰਚ, ਤਾਂ ਉੱਥੇ ਜਾ ਕੇ ਆਪਾਂ ਆਪਣੇ ਅਕਾਊਂਟ ਨੂੰ ਕਲੋਜ਼ ਕਰਦੇ ਹਾਂ, ਜਿੱਥੋਂ ਸਾਨੂੰ ਪ੍ਰੋਫਿਟ ਦਾ ਲੋਸ ਦਾ ਪਤਾ ਲੱਗਦਾ ਐਕਚੁਅਲ 'ਚ। ਤਾਂ ਉਸ ਨੂੰ ਕਹਿੰਦੇ ਆ ਅਕਾਊਂਟਿੰਗ ਪੀਰੀਅਡ ਕੰਸੈਪਟ। ਹੁਣ ਜਦੋਂ ਆਪਾਂ ਨੂੰ ਅਕਾਊਂਟਿੰਗ ਪੀਰੀਅਡ ਕੰਸੈਪਟ ਸਮਝ ਆ ਗਿਆ, ਤਾਂ ਅੱਗੇ ਆ ਗਿਆ ਗੋਇੰਗ ਕੰਸੈਪਟ ਹੋ ਗਿਆ ਕਿ ਆਪਾਂ ਰੁਕੇ ਹਾਂ, ਮਗਰ ਆਪਾਂ ਨੂੰ ਹਮੇਸ਼ਾ ਲਈ ਨਹੀਂ ਰੁਕ ਜਾਣਾ, ਆਪਾਂ ਨੂੰ ਚੱਲਦੇ ਰਹਿਣਾ। ਜੇ ਸਾਡਾ ਬਿਜ਼ਨਸ ਅੱਛਾ ਚੱਲ ਰਿਹਾ, ਸਾਡੀ ਇਹ ਨੌਬਤ ਨਹੀਂ ਆਏਗੀ ਆਪਾਂ ਇੱਥੇ ਬਿਜ਼ਨਸ ਰੋਕ ਲਈ, ਤਾਂ ਅਸੀਂ ਕਿਉਂ ਰੋਕਾਂਗੇ ਬਿਜ਼ਨਸ? ਆਪਾਂ ਬਿਜ਼ਨਸ ਚੱਲਦੇ ਜਾਵਾਂਗੇ, ਹਰੇਕ ਦੂਜਾ ਸਾਲ, ਤੀਜਾ ਸਾਲ, 4th 5th ਆਪਾਂ ਚੱਲਦੇ ਜਾਵਾਂਗੇ। ਉਸ ਤੋਂ ਬਾਅਦ ਕੋਸਟ ਕੰਸੈਪਟ ਕਿਸ ਨੂੰ ਕਹਿੰਦੇ ਆ? ਕੋਸਟ ਕੰਸੈਪਟ ਹੋ ਗਿਆ ਕਿ ਆਪਾਂ ਹਿਸਟੋਰੀਕਲ ਵੈਲਿਊ ਨੂੰ ਰਿਕਾਰਡ ਕਰ ਰਹੇ ਹਾਂ। ਹੁਣ ਸਪੋਜ਼ ਕਰੋ ਮੈਂ ਕੋਈ ਚੀਜ਼ ਖਰੀਦੀ ਹੈ, ਤਾਂ ਮਤਲਬ ਮੈਨੇ ਫਰਨੀਚਰ ਖਰੀਦਿਆ, ਮੈਨੇ 5 ਲੱਖ ਦਾ ਫਰਨੀਚਰ ਖਰੀਦ ਲਿਆ, ਤਾਂ ਮੈਂ ਉਹਦੀ 5 ਲੱਖ ਦੀ ਵੈਲਿਊ ਉਸ ਬੈਲੈਂਸ ਸ਼ੀਟ ਵਿੱਚ ਐਸਟ ਸਾਈਡ ਦਿਖਾਵਾਂਗਾ।
ਮੈਂ ਉਹਦੀ ਮਾਰਕੀਟ ਵੈਲਿਊ ਨਾਲ ਮੇਰਾ ਕੀ ਲੈਣਾ, ਜਿੰਨੇ ਦੀ ਮੈਂ ਖਰੀਦੀ ਹੈ ਮੈਂ ਉਨੀ ਹੀ ਵੈਲਿਊ ਦਿਖਾਵਾਂ, ਮੈਂ ਹਿਸਟੋਰੀਕਲ ਵੈਲਿਊ ਦਿਖਾਵਾਂ। ਮੈਂ ਇਸ ਵਿੱਚ ਕੁਝ ਐਕਸੈਪਸ਼ਨ ਵੀ ਹੈ, ਜਿਵੇਂ ਕਲੋਜ਼ਿੰਗ ਸਟਾਕ ਹੈ, ਤਾਂ ਕਲੋਜ਼ਿੰਗ ਸਟਾਕ ਨੂੰ ਆਪਾਂ ਜਾਂ ਤਾਂ ਹੈਜ਼ ਅ ਮਾਰਕੀਟ ਵੈਲਿਊ ਦਿਖਾ ਸਕਦੇ ਹਾਂ, ਹੈਜ਼ ਅ ਕੋਸਟ ਵੈਲਿਊ, ਵਿਚ ਐਵਰ ਇਜ਼ ਲੈਸ, ਉਸ ਨੂੰ ਹੀ ਆਪਾਂ ਦਿਖਾਵਾਂਗੇ। ਉਹ ਆਪਣਾ ਅੱਗੇ ਆਉਂਦਾ ਕੰਜ਼ਰਵੇਟਿਜ਼ਮ ਕੰਸੈਪਟ ਵਿੱਚ, ਉਸ ਵਿੱਚ ਆਉਂਦਾ, ਅੱਗੇ ਆਪਾਂ ਗੱਲ ਕਰਾਂਗੇ। ਉਸ ਤੋਂ ਬਾਅਦ ਆ ਗਿਆ ਅਕਰੂਲ ਕੰਸੈਪਟ। ਅਕਰੂਲ ਕੰਸੈਪਟ ਕੀ ਹੁੰਦਾ, ਜਿਸ ਵਿੱਚ ਆਪਾਂ ਆਪਣੇ ਉਹਦੇ ਵੈਸੇ ਅਕਰੂਲ ਮੈਥਡ ਹੀ ਵਰਤਿਆ ਜਾਂਦਾ। ਜਿਵੇਂ ਤੁਹਾਨੂੰ ਪਿੱਛੇ ਮੈਥਡ ਦੀ ਗੱਲ, ਮੈਥਡ ਆਫ ਅਕਾਊਂਟਿੰਗ, ਪਿਛਲੇ ਲੈਕਚਰ 'ਚ ਮੈਥਡ ਆਫ ਅਕਾਊਂਟਿੰਗ ਗੱਲ ਕੀਤੀ ਸੀ, ਤਾਂ ਹੁੰਦੀ ਹੈ ਮਰਕੈਂਟਾਈਲ ਬੇਸਿਸ। ਆਪਣੇ ਇੰਡੀਆ 'ਚ ਮਰਕੈਂਟਾਈਲ ਬੇਸਿਸ ਯੂਜ਼ ਕੀਤਾ ਜਾਂਦਾ ਕਿ ਐਕਸਪੈਂਸਿਸ ਆਪਾਂ ਪੇ ਵੀ ਕੀਤੀਆਂ, ਹਲੇ ਡਿਊ ਵੀ ਹੈ, ਉਹਨੂੰ ਵੀ ਰਿਕਾਰਡ ਕੀਤਾ। ਇਨਕਮ ਰਿਸੀਵਡ ਵੀ ਹੋ ਗਈ, ਅਤੇ ਇਨਕਮ ਹਲੇ ਡਿਊ ਵੀ, ਉਹਨੂੰ ਵੀ ਰਿਕਾਰਡ ਕੀਤਾ। ਉਸ ਨੂੰ ਕਹਿੰਦੇ ਆ ਅਕਰੂਲ ਕੰਸੈਪਟ, ਜਿਸ ਵਿੱਚ ਜੋ ਰਿਲਾਈਜੇਸ਼ਨ ਹੋ ਵੀ ਗਈ ਅਤੇ ਹਲੇ ਹੋਣੀ ਹੈ, ਉਹ ਦੋਨੋਂ ਰਿਕਾਰਡ ਹੋਣਗੇ। ਕੁਝ ਖਰਚਾ ਹੋਇਆ ਵੀ ਹੈ ਅਤੇ ਹਲੇ ਕਰਨਾ, ਹਲੇ ਮਤਲਬ ਕਿ ਕੁਝ ਖਰਚਾ ਹੋ ਵੀ ਗਿਆ ਅਤੇ ਹਲੇ ਕਰਨਾ ਵੀ ਹੈ, ਉਹ ਵੀ ਰਿਕਾਰਡ ਹੋਏਗਾ। ਜੋ ਸਾਨੂੰ ਕੁਝ ਮਿਲਣਾ ਵੀ ਹੈ ਅਤੇ ਮਿਲਣਾ ਵੀ ਹੈ, ਹਲੇ ਮਿਲ ਗਿਆ ਅਤੇ ਹਲੇ ਮਿਲਣਾ ਵੀ ਹੈ, ਉਹ ਵੀ ਰਿਕਾਰਡ ਹੋਏਗਾ। ਉਹਨੂੰ ਕਹਿੰਦੇ ਆ ਅਕਰੂਲ ਕੰਸੈਪਟ। ਰਿਲਾਈਜੇਸ਼ਨ ਕੰਸੈਪਟ, ਰਿਲਾਈਜੇਸ਼ਨ ਕੰਸੈਪਟ ਵਿੱਚ ਤੁਹਾਨੂੰ ਇਹ ਦੇਖਣਾ ਪਏਗਾ ਕਿ ਜੋ ਸਪੋਜ਼ ਕਰੋ ਕੋਈ ਮੇਰੇ ਕੋਲ ਗਾਹਕ ਆਇਆ ਅਤੇ ਉਸਨੇ ਮੈਨੂੰ ਇਹ ਪੁੱਛਿਆ ਕਿ ਮਤਲਬ ਮੈਨੂੰ ਇਹ ਚੀਜ਼ ਖਰੀਦਣੀ ਹੈ। ਮੈਨੂੰ ਫੋਰ ਐਗਜ਼ਾਮਪਲ ਮੈਨੇ ਕੁਝ ਵੀ ਐਪਲ ਖਰੀਦਣਾ, ਠੀਕ ਹੈ, ਮਤਲਬ ਮੈਨੇ ਐਪਲ ਖਰੀਦਣੇ ਆ। ਉਸਨੇ ਉਹਦਾ ਪ੍ਰਾਈਸ ਪੁੱਛਿਆ, ਮੈਨੂੰ ਉਹਨੂੰ ਪ੍ਰਾਈਸ ਦੱਸਤਾ, ਅਤੇ ਉਹ ਪ੍ਰਾਈਸ ਪੁੱਛ ਕੇ ਚਲਾ ਗਿਆ। ਮਤਲਬ ਉਹਨੇ ਨਾ ਮੈਨੂੰ ਔਡਰ ਦਿੱਤਾ, ਨਾ ਉਹਨੇ ਮੈਨੂੰ ਨਾ ਰੇਟ ਘਟਾਇਆ, ਨਾ ਕੁਛ ਕੀਤਾ, ਤਾਂ ਉਹ ਚਲਾ ਗਿਆ। ਉਸਨੂੰ ਕੀ ਕਹਾਂਗੇ, ਉਹਨੂੰ ਆਪਾਂ ਰਿਲਾਈਜੇਸ਼ਨ ਨਹੀਂ ਕਹਾਂਗੇ। ਰਿਲਾਈਜੇਸ਼ਨ ਉਦੋਂ ਹੋਏਗੀ ਜਦੋਂ ਮੇਰੇ ਤੋਂ ਰੇਟ ਪੱਕਾ ਕਰਕੇ ਜਾਏਗਾ। ਜੇ ਮੈਂ ਕਹਾਂ ਭਾਈ 70 ਰੁਪਏ ਹੈ, ਤੁਸੀਂ ਕਹੇਗਾ ਭਾਈ 60 ਲਾ ਲਓ, ਮੇਰੇ ਤੋਂ 5 ਕਿਲੋ ਲੈ ਲਓ। 5 ਕਿਲੋ ਦੇ ਜੇ ਆਪਾਂ ਹਿਸਾਬ ਲਾਵਾਂਗੇ ਤਾਂ ਆਪਾਂ ਕਹਾਂਗੇ ਚਲੋ ਠੀਕ ਹੈ, ਅਤੇ ਉਹ ਕੁਝ ਐਡਵਾਂਸ ਦੇ ਗਿਆ ਪੈਸੇ, ਕੁਛ ਰਹਿ ਗਏ ਪੈਸੇ, ਉਹ ਕਹਿੰਦਾ ਮੈਂ ਬਾਅਦ 'ਚ ਦੇਵਾਂਗਾ। ਤਾਂ ਉਸ ਨੂੰ ਕਹਿੰਦੇ ਰਿਲਾਈਜੇਸ਼ਨ ਕੰਸੈਪਟ। ਜਦੋਂ ਇੱਕ ਟ੍ਰਾਂਜੈਕਸ਼ਨ ਹੋ ਗਈ, ਜਦੋਂ ਇੱਕ ਦੋ ਪਾਰਟੀ ਵਿੱਚ ਟ੍ਰਾਂਜੈਕਸ਼ਨ ਹੋਣੀ ਅਤੇ ਕੁਛ ਐਡਵਾਂਸ ਹੋ ਜਾਣਾ, ਕੁਝ ਹਲੇ ਮਿਲਣਾ ਹਲੇ, ਤਾਂ ਉਹ ਆਪਾਂ ਰਿਕਾਰਡ ਕਰ ਸਕਦੇ, ਉਹਨੂੰ ਕਹਿੰਦੇ ਰਿਲਾਈਜੇਸ਼ਨ ਕੰਸੈਪਟ। ਡਿਊਲ ਕੰਸੈਪਟ ਹੁੰਦਾ ਕਿ ਦੋਨੋਂ ਤਰਫ ਇਫੈਕਟ ਪੈਣਾ, ਡੈਬਿਟ 'ਤੇ ਵੀ ਕ੍ਰੈਡਿਟ 'ਤੇ ਵੀ। ਡਬਲ ਐਂਟਰੀ ਸਿਸਟਮ, ਆਪਣੇ ਇੰਡੀਆ 'ਚ ਡਬਲ ਐਂਟਰੀ ਸਿਸਟਮ ਯੂਜ਼ ਕੀਤਾ ਜਾਂਦਾ ਕਿ ਸਪੋਜ਼ਫੁਲ ਆਪਾਂ ਕੁਝ ਪਰਚੇਸ ਕਰ ਰਹੇ ਹਾਂ, ਉਹਦੇ ਬਿਹਾਫ 'ਤੇ ਆਪਾਂ ਪੈਸਾ ਦੇ ਰਹੇ ਹਾਂ, ਦੋਨੋਂ ਤਰਫ ਦੋ ਅਕਾਊਂਟ ਬਣਨਗੇ, ਕੈਸ਼ ਅਕਾਊਂਟ ਬਣੇਗਾ, ਪਰਸਨਲ ਅਕਾਊਂਟ ਬਣੇਗਾ, ਮਤਲਬ ਪਰਚੇਸਿਸ ਅਕਾਊਂਟ ਬਣੇਗਾ, ਮਾਫ ਕਰਿਓ। ਪਰਚੇਸਿਸ ਅਕਾਊਂਟ ਵਿੱਚ ਕੀ ਹੋਏਗਾ, ਆਪਾਂ ਉੱਚੋਂ ਦੀ ਟ੍ਰਾਂਜੈਕਸ਼ਨ ਕਰਾਂਗੇ ਕਿ ਟੂ ਕੈਸ਼ ਅਕਾਊਂਟ, ਅਤੇ ਕੈਸ਼ ਅਕਾਊਂਟ 'ਚ ਕੀ ਹੋਏਗਾ ਕਿ ਬਾਈ ਪਰਚੇਸਿਸ ਕਰਾਂਗੇ। ਇਹ ਅੱਗੇ ਤੁਹਾਨੂੰ ਮੈਂ ਐਂਟਰੀ ਸਮਝਾਵਾਂਗਾ, ਜੋ ਜਨਰਲ ਐਂਟਰੀ ਆਉਣੀ ਹੈ ਨਾ, ਤੁਹਾਨੂੰ ਮੈਂ ਐਕਚੁਅਲ 'ਚ ਕਲੀਅਰ ਕਰਾਂਗਾ ਕਿ ਐਕਚੁਅਲ ਕਿਸ ਨੂੰ ਕਹਿੰਦੇ ਆ। ਤਾਂ ਫਿਲਹਾਲ ਤਾਂ ਤੁਸੀਂ ਇਹ ਕੰਸੈਪਟ ਸਮਝੋ। ਤਾਂ ਇਸ ਦੋ ਐਂਟਰੀ ਸਿਸਟਮ ਦਿਖਾਵਾਂਗੇ। ਜਿਵੇਂ ਅਕਾਊਂਟਿੰਗ ਕੁਏਸ਼ਨ ਆ ਜਾਂਦੀ ਹੈ। ਅਕਾਊਂਟਿੰਗ ਕੁਏਸ਼ਨ ਕਿਹਨੂੰ ਕਹਿੰਦੇ ਆ ਕਿ ਐਸਟ ਇਕੁਅਲ ਟੂ, ਐਸਟ ਕਿਸ ਦੇ ਬਰਾਬਰ ਹੋਣਗੇ, ਕੈਪੀਟਲ ਪਲੱਸ ਲਾਇਬਿਲਿਟੀ। ਕੈਪੀਟਲ ਕੀ ਹੋਏਗੀ, ਓਨਰ, ਕੈਪੀਟਲ ਓਨਰ ਦੀ ਹੋਏਗੀ। ਲਾਇਬਿਲਿਟੀ ਕਿਹੜੀ ਹੋਏਗੀ, ਆਊਟਸਾਈਡ ਲਾਇਬਿਲਿਟੀ, ਜਿਹੜੀ ਬਾਹਰੀ ਲਾਇਬਿਲਿਟੀ ਹੋਏਗੀ, ਉਸ ਨੂੰ ਕਹਾਂਗੇ ਆਊਟਸਾਈਡ ਲਾਇਬਿਲਿਟੀ। ਤਾਂ ਡਿਊਲ ਕੰਸੈਪਟ ਹੈ, ਇੱਕ ਪਾਸੋਂ ਪੈਸਾ ਵਧਿਆ ਤਾਂ ਇੱਕ ਪਾਸੋਂ ਕੁਝ ਘਟਿਆ ਵੀ, ਤਾਂ ਇਹ ਦੋ ਤਰਫਾ ਆਪਾਂ ਇਫੈਕਟ ਦਿਖਾਉਣਾ ਹੁੰਦਾ। ਮੈਚਿੰਗ ਕੰਸੈਪਟ ਹੋ ਗਿਆ ਕਿ ਇਨਕਮ ਅਤੇ ਐਕਸਪੈਂਸਿਸ ਪਰਟੀਕੂਲਰ ਈਅਰ ਵਿੱਚ ਜਿੰਨੇ ਸਾਡੇ ਖਰਚੇ ਹੋਏ, ਜਿੰਨੀ ਸਾਡੀ ਇਨਕਮ ਹੋਈ, ਉਹਨੂੰ ਦਿਖਾਉਣਾ, ਉਹਨੂੰ ਕਹਿੰਦੇ ਆ ਮੈਚਿੰਗ ਕੰਸੈਪਟ। ਆਪਣੇ ਜੋ ਇੱਕ ਸਾਲ 'ਚ ਖਰਚਾ ਉਹ ਅਗਲੇ ਸਾਲ ਨਹੀਂ ਦਿਖਾਉਣਾ, ਜੋ ਸਾਡੀ ਇੱਕ ਸਾਲ ਦੀ ਇਨਕਮ ਉਹ ਇਸ ਸਾਲ ਦਿਖਾਉਣੀ, ਇਹ ਸਾਡਾ ਅਕਾਊਂਟਿੰਗ ਕੰਸੈਪਟ ਕਹਿੰਦਾ। ਉਸਨੂੰ ਕਹਿੰਦੇ ਆ ਮੈਚਿੰਗ ਕੰਸੈਪਟ। ਕੰਜ਼ਰਵੇਟਿਜ਼ਮ ਕੰਸੈਪਟ ਮਤਲਬ ਇਸ 'ਚ ਆਪਾਂ ਉਹ ਚੀਜ਼ਾਂ ਦਿਖਾਉਣਾ ਜਿਸ ਦਾ ਹਾਲੇ ਐਕਚੁਅਲ 'ਚ ਉਹ ਚੀਜ਼ ਹੋਈ ਨਹੀਂ ਹੈ। ਸਪੋਜ਼ ਕਰੋ ਕੰਟੀਜੈਂਟ ਲਾਇਬਿਲਿਟੀ ਹੈ, ਕੰਟੀਜੈਂਟ ਲਾਇਬਿਲਿਟੀ ਵੀ ਆਪਾਂ ਸ਼ੋਅ ਕਰਨੀ ਹੈ, ਜਿਸ ਦਾ ਮਤਲਬ ਮੈਨੇ ਦੇਣਾ ਤਾਂ ਹੈ, ਬਟ ਇਸ ਦਾ ਮਤਲਬ ਜ਼ਰੂਰੀ ਨਹੀਂ ਹੈ ਕਿ ਪਤਾ ਨਹੀਂ ਹੈ ਕਿ ਮੈਂ ਦੇਣਾ ਵੀ ਹੈ ਨਹੀਂ ਦੇਣੀ, ਮੈਨੇ ਇੰਨੀ ਦੇਣਦਾਰੀ ਦੇਣੀ ਵੀ ਹੈ ਨਹੀਂ ਦੇਣੀ, ਉਹਨੂੰ ਵੀ ਰਿਕਾਰਡ ਕਰਨਾ, ਉਹਨੂੰ ਕਹਿੰਦਾ ਕੰਜ਼ਰਵੇਟਿਜ਼ਮ ਕੰਸੈਪਟ। ਇੱਕ ਹੋਰ ਐਗਜ਼ਾਮਪਲ ਵੀ ਦਿੰਦੇ, ਪ੍ਰੋਵੀਜ਼ਨ ਫॉर ਡਾਊਟਫੁਲ ਡੈਟਸ। ਮਤਲਬ ਕਿ ਡੈਟਰਸ ਤੁਸੀਂ ਸਮਝੇ ਸੀ ਨਾ ਕਿ ਡੈਟਰ ਮੈਨੂੰ ਪੈਸਾ ਵਾਪਸ ਦੇਣਾ, ਮਗਰ ਉਹ ਕੀ ਪਤਾ ਮੈਨੂੰ ਇਹ ਹੈ ਕਿ ਇਹ ਪਾਰਟੀ ਸ਼ਾਇਦ ਮੈਨੂੰ ਨਾ ਪੈਸਾ ਵਾਪਸ ਦੇ, ਉਧਰ ਮੈਂ ਪਹਿਲੇ ਹੀ ਪੈਸੇ ਇਕੱਠੇ ਕਰ ਲਾਂ ਤਾਂ ਕਿ ਮੇਰੇ ਅਕਾਊਂਟਸ ਵਿੱਚ ਜ਼ਿਆਦਾ ਪ੍ਰੋਬਲਮ ਨਾ ਆਵੇ। ਤਾਂ ਉਧਰ ਮੈਂ ਪਹਿਲੇ ਹੀ ਪੈਸਾ ਕੱਢ ਰਿਹਾ, ਮੈਂ ਇੰਨਾ ਪੈਸਾ ਕੱਢੀ ਆ ਰਿਹਾ ਵਿੱਚ ਥੋੜ੍ਹਾ ਪੈਸਾ ਪਾਈ ਜਾਂਦਾ, ਉਹਨੂੰ ਕਹਿੰਦੇ ਆ ਕੰਜ਼ਰਵੇਟਿਵ ਕੰਸੈਪਟ, ਕਿ ਇੱਥੇ ਮੈਂ ਆਪਣੀ ਕੰਜ਼ਰਵੇਟਿਵ ਕੰਸੈਪਟ ਦੀ ਵਰਤੋਂ ਕਰ ਰਿਹਾ। ਫੁੱਲ ਡਿਸਕਲੋਜ਼ਰ ਐਸ ਮਟੀਰੀਅਲਿਟੀ ਕੰਸੈਪਟ। ਫੁੱਲ ਡਿਸਕਲੋਜ਼ਰ ਦਾ ਮਤਲਬ ਕੀ ਹੋਇਆ, ਫੁੱਲ ਡਿਸਕਲੋਜ਼ਰ ਦਾ ਮਤਲਬ ਇਹ ਹੋ ਗਿਆ ਕਿ ਮੈਂ ਹਰੇਕ ਚੀਜ਼ ਦਿਖਾਵਾਂਗਾ, ਮੈਂ ਹਰੇਕ ਅਮਾਊਂਟ ਦਿਖਾਵਾਂਗਾ, ਮੈਂ ਕੁਛ ਵੀ ਨਹੀਂ ਛੁਪਾਵਾਂਗਾ। ਅਕਾਊਂਟਸ ਜਦੋਂ ਮੈਂ ਰਿਕਾਰਡ ਕਰਾਂਗਾ ਤਾਂ ਮੈਂ ਹਰੇਕ ਆਈਟਮ ਦਾ ਹਰੇਕ ਵੈਲਿਊ ਜ਼ਰੂਰ ਦਿਖਾਵਾਂ। ਕੋਈ ਵੀ ਟ੍ਰਾਂਜੈਕਸ਼ਨ ਹੋਈ ਹੈ, ਮੈਂ ਕੁਝ ਵੀ ਖਰੀਦ ਰਿਹਾ, ਕੁਝ ਵੇਚ ਰਿਹਾ, ਕੁਛ ਵੀ ਕਰ ਰਿਹਾ, ਭਾਵੇਂ ਉਧਾਰ 'ਤੇ ਵੇਚ ਰਿਹਾ, ਕੁਛ ਵੀ ਕਰ ਰਿਹਾ, ਮੈਂ ਐਵਰੀਥਿੰਗ ਮੈਂ ਸਭ ਕੁਝ ਦਿਖਾਵਾਂਗਾ। ਅਤੇ ਮਟੀਰੀਅਲਿਟੀ ਕੰਸੈਪਟ ਇਹ ਕਹਿੰਦੀ ਹੈ, ਇਸ ਨੂੰ ਡਿਫਰੈਂਟ ਕਰਦੀ ਹੈ ਕਿ ਜੇ ਬਾਈ ਚਾਂਸ ਕੋਈ ਐਸੀ ਅਮਾਊਂਟ ਹੈ ਜਿਸ ਦਾ ਸਾਡੇ ਪ੍ਰੋਫਿਟ ਨਾਲ ਉੱਪਰ ਜ਼ਿਆਦਾ ਫਰਕ ਨਹੀਂ ਪੈਣਾ, ਜਿਵੇਂ 30-40 ਰੁਪਏ ਦੀ ਚੀਜ਼ ਹੈ, ਉਹਦੇ ਉੱਪਰ ਸਾਡੇ ਉੱਪਰ ਜ਼ਿਆਦਾ ਫਰਕ ਨਹੀਂ ਪੈਣ ਵਾਲਾ, ਉਹ ਰਿਕਾਰਡ ਕਰਨ ਦੀ ਕੋਈ ਲੋੜ ਨਹੀਂ, ਉਹਨੂੰ ਕਹਿੰਦੇ ਆ ਮਟੀਰੀਅਲਿਟੀ ਕੰਸੈਪਟ। ਠੀਕ ਹੈ ਫਰੈਂਡਸ, ਹੁਣ ਆਪਾਂ ਗੱਲ ਕਰਾਂਗੇ ਅਕਾਊਂਟਿੰਗ ਸਟੈਂਡਰਡ ਦੀ। ਦੂਜਾ ਟੋਪਿਕ ਹੈ ਅਕਾਊਂਟਿੰਗ ਸਟੈਂਡਰਡ। ਅਕਾਊਂਟਿੰਗ ਸਟੈਂਡਰਡ ਤੁਹਾਨੂੰ ਮੈਂ ਦੱਸਿਆ ਸੀ
कि कुछ रूल्स हैं, इंडियन चार्टर्ड अकाउंटेंट ने कुछ रूल्स हैं जो डिफाइन किए हैं, कुछ रेगूलेशन डिफाइन किए हैं, जिवें आप एक बार डेफिनेशन भी पढ़ लें। अकाउंटिंग स्टैंडर्ड आर authoritative standards for financial reporting and the primary source of generally accepted accounting principles. Accounting standard specify the how transactions and other events are to be recognized, measured and presented and disclosed in financial statement. सिंपल अपन वर्ड समझ आ रहा है कि किस तरह ट्रांजैक्शन होएगी, कितना वो रिकगनाइज होएगा, किस तरह मेजर होएगा, किस तरह ਆਪਾਂ ਉਹਨੂੰ ਪ੍ਰੈਜ਼ੈਂਟ ਕਰਾਂਗੇ, ਆਪਾਂ ਕਿਵੇਂ ਦਿਖਾਵਾਂਗੇ ਤੇ ਕਿਸ ਤਰ੍ਹਾਂ ਆਪਾਂ ਹਰੇਕ ਵੈਲਿਊ ਨੂੰ ਡਿਸਕਲੋਜ਼ ਕਰਾਂਗੇ। ਉਹ ਸਾਰਾ ਕੁਝ मतलब कि फाइनैशियल स्टेटमेंट विच दिखाया जाता है। मतलब कि ਆਪਾਂ ਉਸ ਨੂੰ ਕਿ ਉਸਦੀ ਵੈਲਿਊ ਕਿੰਨੀ ਬਣੇਗੀ, ਉਸਦੇ ਉੱਪਰ ਕਿਹੜੇ ਮੈਥਡਸ ਲੱਗਣਗੇ, ਆਪਣੇ ਕਿਹੜੇ ਮੈਥਡ ਸਾਨੂੰ ਯੂਜ਼ ਕਰਨੇ ਪੈਣਗੇ ਜਿਹਦੇ ਨਾਲ ਸਾਡੀ ਡੈਪਰੀਸ਼ੀਏਸ਼ਨ ਨਿਕਲੇਗੀ, ਜਾਂ ਕਿਹੜੇ ਮੈਥਡ ਨਾਲ ਸਾਡਾ ਪ੍ਰੋਫਿਟ ਨਿਕਲੇਗਾ, ਜਾਂ ਆਪਾਂ ਕਿਹੜੇ ਪ੍ਰੋਫਿਟ ਨੂੰ ਆਪਾਂ ਐਕਚੁਅਲ ਪ੍ਰੋਫਿਟ ਕਵਾਂਗੇ। ਉਹ ਸਾਰਾ ਕੁਝ ਅਕਾਊਂਟਿੰਗ ਸਟੈਂਡਰਡ ਦੱਸਦਾ। ਐਸੈਟ ਕਿਹੜੇ ਹੋਣਗੇ, ਕਰੰਟ ਐਸੈਟ 'ਚ ਆਪਾਂ ਕਿਹੜੀ ਵੈਲਿਊ ਹੋਏਗੀ, ਕਰੰਟ ਤੇ ਫਿਕਸਡ ਐਸੈਟ ਕਿਹੜੇ ਕਿਸ ਤਰ੍ਹਾਂ ਹੋਣਗੇ, ਸਾਰੇ ਰੈਗੂਲੇਸ਼ਨਸ ਸਾਰਾ ਕੁਛ ਅਕਾਊਂਟਿੰਗ ਸਟੈਂਡਰਡ ਇੱਕ ਡਿਫਾਈਨ ਕਰਦਾ। ਅਕਾਊਂਟਿੰਗ रूल्स एंड रेगूलेशन डिफाइन करते हैं, जिस के आधार पर साढ़े अकाउंटिंग स्टैंडर्ड साढ़े अकाउंटिंग सारे स्टेटमेंट्स प्रिपेयर होंगे। ठीक है फ्रेंड्स, अकाउंटिंग पॉलिसीज, अकाउंटिंग पॉलिसी हो गया, अकाउंटिंग स्टैंडर्ड तो बहुत ज़्यादा हो गया। इस टाइम साढ़े 33 अकाउंट्स है, नोट कर लो 33 अकाउंट्स हैं साढ़े इस टाइम। मगर अकाउंटिंग पॉलिसी होंगी पर्टिकुलर बिजनेस लिए, उसके बिजनेस लिए किहड़े स्टैंडर्ड्स जरूरी ने, मैं वो स्टैंडर्ड्स ही फॉलो कर, मैं सारे थोड़ा फॉलो करा, जेडे मेरे नाल जरूरी ने मैं उन्होंने इंप्लीमेंट करांगा। तो अकाउंटिंग प्रिंसिपल्स आर द प्रोसीजर एंड पॉलिसीज विच आर इंप्लीमेंटेड बाय मैनेजमेंट ऑफ अ बिजनेस विच हैज़ टू बी फॉलोड वाइल प्रिपेयरिंग द फाइनैशियल स्टेटमेंट। मैं उसनों ही फॉलो करांगा। जो कोई भी पॉलिसीज है मैं अपने बिजनेस जिन्नियां मैं मेरे स्टैंडर्ड 4 5 6 जिन्ने भी मेरे स्टैंडर्ड मैं उन्होंने फॉलो करके मैं उसके उपर अपने पॉलिसीज बनावांगा। हरेक अपने बिजनेस की अलग अलग पॉलिसी होंगी है। उस तो बाद आ गया सिस्टम ऑफ अकाउंट। सिस्टम ऑफ अकाउंट दो तरह की होंगी है, डबल एंट्री सिस्टम, सिंगल एंट्री सिस्टम। डबल एंट्री सिस्टम हो गया कि दोनों तरफ प्रभाव पैना, मतलब कि दो तरह प्रभाव पैना। मतलब जिवें मशीनरी ਨੂੰ ਆਪਾਂ ਨੇ ਮਸ਼ੀਨਰੀ ਖਰੀਦੀ, ਆਪਾਂ ਕੋਈ ਮਸ਼ੀਨਰੀ ਖਰੀਦੀ ਕੈਸ਼ 'ਤੇ ਖਰੀਦੀ, ਦੋ ਅਕਾਊਂਟ ਇਨਵੋਲਵ ਹੋ ਗਏ, ਕੈਸ਼ ਅਕਾਊਂਟ ਇਨਵੋਲਵ ਹੋ ਗਿਆ, ਮਸ਼ੀਨਰੀ ਅਕਾਊਂਟ ਇਨਵੋਲਵ ਹੋ ਗਿਆ। ਤਾਂ ਮਸ਼ੀਨਰੀ ਸਾਡੇ ਕੋਲ ਆਈ, ਮਸ਼ੀਨਰੀ ਆਪਾਂ ਰਿਸੀਵ ਕੀਤੀ, ਉਹ ਡੈਬਿਟ ਹੋ ਗਈ, ਤੇ ਕੈਸ਼ ਅਕਾਊਂਟ ਪੈਸਾ ਦਿੱਤਾ ਤੇ ਉਹ ਕ੍ਰੈਡਿਟ ਹੋ ਗਿਆ। ਇਹ ਮੈਂ ਤੁਹਾਨੂੰ ਅੱਗੇ ਰੂਲਸ ਸਮਝਾਵਾਂਗਾ, ਜਿਹੜੇ ਗੋਲਡਨ ਰੂਲਸ ਹੈ ਉਹ ਮੈਂ ਤੁਹਾਨੂੰ ਸਮਝਾਵਾਂਗਾ। ਸਿੰਗਲ ਐਂਟਰੀ ਹੋ ਗਿਆ ਕਿ ਮੈਨੇ ਇੱਕ ਪਾਸੇ ਹੀ ਉਸ ਨੂੰ ਰਿਕਾਰਡ ਕੀਤਾ, ਜਾਂ ਤਾਂ ਮੈਨੇ ਡੈਬਿਟ ਕੀਤਾ ਜਾਂ ਤਾਂ ਮੈਂ ਕ੍ਰੈਡਿਟ ਕੀਤਾ, ਮੈਂ ਇੱਕੋ ਹੀ ਐਂਟਰੀ ਕੀਤੀ, ਮੈਂ ਉਸਦਾ ਦੋ ਤਰਫਾ ਇਫੈਕਟ ਨਹੀਂ ਦਿਖਾਇਆ। मैं दो अकाउंट नहीं बनाया, मैं एक ही इफैक्ट दिखाता मैंने, हाँ भाई कैश से मशीनरी ली है बस, या मैंने कैश पे किया है, सिंपल। अगे आ गया टाइप्स ऑफ अकाउंट्स। आप टाइप्स ऑफ अकाउंट्स किनू कहांगे? टाइप्स ऑफ अकाउंट्स विच दो तरह के अकाउंट होंगे, परसनल ते इम्परसनल। ये बहुत जरूरी है, ध्यान नाल समझियो, इसके उपर ही तुसीं सारे अगे मतलब तुसीं अकाउंट नूं समझ पाओगे। ਹੁਣ ਪਰਸਨਲ ਅਕਾਊਂਟ 'ਚ ਅੱਗੇ ਤਿੰਨ ਤਰ੍ਹਾਂ ਇਸਦੇ ਸਬ ਟਾਈਪਸ ਹੈ, ਨੈਚੁਰਲ, ਆਰਟੀਫਿਸ਼ੀਅਲ ਅਤੇ ਰੀਪ੍ਰੈਜ਼ੈਂਟੇਟਿਵ। ਹੁਣ ਨੈਚੁਰਲ ਉਹ ਬੰਦਾ ਹੋ ਗਿਆ ਜਿਹੜਾ ਜਿਸ ਤੋਂ ਮਤਲਬ ਕਿ ਜਿਸ ਦਾ ਨਾਮ ਹੈ ਮਿਸਟਰ ਐਕਸ ਵਾਈ ਜ਼ੈਡ, ਕੋਈ ਵੀ ਬਿਰਲਾ ਹੋ ਗਿਆ, ਟਾਟਾ ਹੋ ਗਿਆ, ਮੈਂ ਵੈਸੇ ਐਗਜ਼ਾਮਪਲ ਲੈ ਰਿਹਾ, ਮਤਲਬ ਕੋਈ ਵੀ ਹੋ ਗਿਆ, ਕੋਈ ਵੀ ਪਰਸਨ ਹੋ ਗਿਆ, ਰਾਮ ਸ਼ਾਮ ਕੋਈ ਵੀ ਹੋ ਗਿਆ। ਮਗਰ ਆਰਟੀਫਿਸ਼ੀਅਲ ਕੌਣ ਹੋ ਗਿਆ? ਜੋ ਕੋਈ ਬੰਦਾ ਨਾ ਹੋ ਕੇ ਇੱਕ ਜਿਵੇਂ ਕਹਿੰਦੇ ਆ ਨਾ ਆਪਾਂ, ਇੱਕ ਪਰਸਨ ਹੈ ਮਗਰ ਉਹ ਬੰਦਾ ਨਹੀਂ ਹੈ। ਮਤਲਬ ਬੈਂਕ ਹੈ, ਹੁਣ ਬੈਂਕ ਹੈ, ਆਪਾਂ ਇੱਕ ਬੰਦਾ ਨਹੀਂ ਕਹਿ ਸਕਦੇ, ਉਹ ਇੱਕ ਆਰਟੀਫਿਸ਼ੀਅਲ ਹੈ। ਕੰਪਨੀ ਇੱਕ ਆਰਟੀਫਿਸ਼ੀਅਲ ਹੈ, ਕੋਈ ਇੱਕ ਦੇ ਸਹਾਰੇ ਨਹੀਂ ਹੈ। ਬੈਂਕ ਕੋਈ ਇੱਕ ਦੇ ਸਹਾਰੇ ਨਹੀਂ ਹੈ, ਠੀਕ ਹੈ ਨਾ। ਤਾਂ ਉਹ ਹੋ ਗਿਆ, ਕੰਪਨੀ ਹੋ ਗਈ। रिप्रेजेंटेटिव ਜਿਹੜਾ ਹੋ ਗਿਆ मतलब कि जो रिप्रेजेंट कर रहा है आउटस्टैंडिंग एक्सपेंसिस। मेरे एक्सपेंसिस खड़े हैं, वो मेरे एक्सपेंसिस खड़े हैं, मैं ਉਹਦੀ पार्टी के नाम थोड़ा लवांगा। मेरे एक्सपेंसिस खड़े हैं, अक्रूड इनकम, मेरे को इनकम आनी है, मेरी किन्नी इनकम आनी है, मेरे किन्ने पार्टियां की इनकम, ਉਹਨੂੰ ਕਹਾਂ रिप्रेजेंटेटिव। इन अक्रूड इनकम कहाँ पे रिप्रेजेंटेटिव। प्रीपेड एक्सपेंसिस मैंने कुछ एडवांस पे करता, ਉਹਨੂੰ ਕਹਾਂ प्रीपेड एक्सपेंसिस। ਇਹ ਆਣਗੇ ਪਰਸਨਲ ਅਕਾਊਂਟ ਵਿੱਚ। ਇੰਪਰਸਨਲ ਜਿਹੜੇ ਹੋਣਗੇ ਦੋ ਤਰ੍ਹਾਂ ਦੇ ਹੋਣਗੇ, ਰੀਅਲ ਅਤੇ ਨੋਮੀਨਲ। ਰੀਅਲ ਵਿੱਚ ਐਸਟ ਕਿਹਨੂੰ ਕਹਿੰਦੇ ਆ? ਜੋ ਸਾਡੇ ਬਿਜ਼ਨਸ ਲਈ, ਜੋ ਸਾਡੇ ਬਿਜ਼ਨਸ ਦੇ ਵਿੱਚ ਯੂਜ਼ਫੁਲ ਹੁੰਦੇ ਨੇ, ਜੋ ਸਾਨੂੰ ਪ੍ਰੋਫਿਟ ਦਿੰਦੇ ਨੇ, ਜੋ ਸਾਡੇ ਬਿਜ਼ਨਸ ਹੈਲਪਫੁਲ ਹੁੰਦੇ, ਜੋ ਹਮੇਸ਼ਾ ਸਾਡੇ ਨਾਲ ਰਹਿੰਦੇ ਨੇ। ਮਤਲਬ ਕਿ ਜਿਹੜੇ ਕੁਝ ਨਾਲ ਰਹਿੰਦੇ ਨੇ, ਕੁਝ ਇੱਕ ਸਾਲ ਲਈ ਨਾਲ ਰਹਿੰਦੇ ਨੇ। ਕਰੰਟ ਐਸਟ ਹੈ, ਕਰੰਟ ਐਸਟ ਕਿਤੇ ਨਹੀਂ ਹੁੰਦਾ, ਪਾਰਟੀਕੂਲਰ 1 ਈਅਰ ਲਈ। ਅਤੇ ਫਿਕਸਡ ਐਸਟ ਲੌਂਗ ਟਰਮ ਲਈ। ਜਿਵੇਂ ਲੌਂਗ ਟਰਮ 'ਚ ਕਿਹੜੇ ਆਣੇ? ਮਸ਼ੀਨਰੀ ਵਗੈਰਾ ਆ ਜਾਏਗੀ, ਮਸ਼ੀਨਰੀ ਆ ਜਾਏਗੀ, ਫਰਨੀਚਰ ਆ ਜਾਏਗਾ, ਪਲਾਂਟ ਆ ਜਾਏਗਾ, ਪਲਾਂਟ ਲੈਂਡ ਐਂਡ ਬਿਲਡਿੰਗ ਆ ਜਾਏਗੀ। ਮਗਰ ਕਰੰਟ 'ਚ ਕੀ ਆਣੇ? ਕੈਸ਼ ਆ ਜਾਏਗਾ, ਗੁਡਸ ਆ ਜਾਣਗੇ, ਬੈਂਕ ਆ ਜਾਏਗਾ, ਇਹ ਸਾਰਾ ਕੁਝ ਇਸ 'ਚ ਆ ਜਾਏਗਾ। ਰੀਅਲ ਅਕਾਊਂਟ ਹੈ, ਰੀਅਲ ਹੈ। ਇੰਪਰਸਨਲ ਵਿੱਚ ਰੀਅਲ ਆ ਗਿਆ। ਨੋਮੀਨਲ ਜਿਹੜਾ ਹੈ ਉਹ ਨੋਮੀਨਲ ਡੇ ਟੂ ਡੇ ਐਕਸਪੈਂਸਿਸ, ਜਿਹੜੇ ਦਿਨ 'ਚ ਖਰਚੇ ਹੋ ਰਹੇ। ਅਤੇ ਇਨਕਮ ਐਂਡ ਲੋਸ, ਕੋਈ ਮੁਨਾਫਾ ਹੋਇਆ, ਉਹਨੂੰ ਕਹਾਂਗੇ ਨੋਮੀਨਲ, ਠੀਕ ਹੈ।
ਹੁਣ ਅੱਗੇ ਜਿਹੜਾ ਹੈ ਗੋਲਡਨ ਰੂਲਸ ਐਂਡ ਰੈਗੂਲੇਸ਼ਨਸ। ਹੁਣ ਗੋਲਡਨ ਰੂਲਸ ਐਂਡ ਰੈਗੂਲੇਸ਼ਨਸ ਆਪਾਂ ਕਿਸ ਤਰ੍ਹਾਂ ਦੇਖਾਂਗੇ। ਹੁਣ ਗੋਲਡਨ ਰੂਲਸ ਜਿਹੜੇ ਆ ਆਪਾਂ ਪਹਿਲੇ ਦੇਖਾਂਗੇ ਪਰਸਨਲ ਅਕਾਊਂਟ, ਮਤਲਬ ਜਿਹੜੇ ਆਪਣੇ ਪਰਸਨਲ ਹੈ ਇਸ ਨੂੰ ਆਪਾਂ ਕਿਸ ਤਰ੍ਹਾਂ, ਜਿਹੜੇ ਆਪਣੇ ਪਰਸਨਲ ਹੈ ਇਸ ਨੂੰ ਆਪਾਂ ਕਿਸ ਤਰ੍ਹਾਂ ਦੇਖਾਂਗੇ। ਹੁਣ ਸਭ ਤੋਂ ਪਹਿਲਾ ਅਕਾਊਂਟ ਹੈ ਕਿ ਡੈਬਿਟ ਦਾ ਰਿਸੀਵਰ, ਕ੍ਰੈਡਿਟ ਦਾ ਗਿਵਰ। ਇਹ ਤੁਹਾਨੂੰ ਯਾਦ ਕਰਨਾ ਪੈਣਾ ਕਿ ਡੈਬਿਟ ਦਾ ਰਿਸੀਵਰ, ਕ੍ਰੈਡਿਟ ਦਾ ਗਿਵਰ। ਇਹ ਡੈਬਿਟ ਤੇ ਕ੍ਰੈਡਿਟ ਆਪਾਂ ਕਿਉਂ ਯੂਜ਼ ਕਰਾਂਗੇ, ਜਦੋਂ ਆਪਾਂ ਐਂਟਰੀ ਕਰਾਂਗੇ ਨਾ ਆਪਾਂ ਨੂੰ ਉਦੋਂ ਦੇਖਣਾ ਪਏਗਾ ਕਿਹੜੀ ਚੀਜ਼ ਆਪਾਂ ਡੈਬਿਟ ਕਰਨੀ ਹੈ, ਕਿਹੜੀ ਚੀਜ਼ ਕ੍ਰੈਡਿਟ ਕਰਨੀ ਹੈ। ਜਦੋਂ ਇਹ ਚੀਜ਼ ਦੇਖਣੀ ਹੈ ਉਹਦਾ ਨੇਚਰ ਕੀ ਹੈ ਉਹ ਵੀ ਦੇਖਣਾ ਪਏਗਾ, ਕਿਉਂਕਿ ਜਦੋਂ ਤੁਹਾਨੂੰ ਇੱਕ ਵਾਰੀ ਪਤਾ ਲੱਗ ਗਿਆ ਨਾ ਤੁਹਾਨੂੰ ਆਸਾਨੀ ਹੋ ਜਾਏਗੀ। ਇੰਨਾ ਔਖਾ ਨਹੀਂ ਹੈ, ਈਜ਼ੀ ਹੈ, ਕੋਈ ਔਖਾ ਨਹੀਂ ਹੈ। ਆਪਾਂ ਇਹ ਦੇਖੋ ਕਿ ਪਰਸਨਲ ਅਕਾਊਂਟ ਵਿੱਚ ਆਪਾਂ ਕੀ ਕਰਾਂਗੇ, ਡੈਬਿਟ ਜਿਹੜਾ ਰਿਸੀਵ ਕਰ ਰਿਹਾ, ਕ੍ਰੈਡਿਟ ਜਿਹੜਾ ਦੇ ਰਿਹਾ, ਗਿਵਰ ਹੈ। ਅੱਗੇ ਨੋਮੀਨਲ ਅਕਾਊਂਟ ਕੀ ਹੋਏਗਾ, ਡੈਬਿਟ ਓਲ ਐਕਸਪੈਂਸਿਸ, ਮਤਲਬ ਜਿੰਨੇ ਵੀ ਖਰਚੇ ਆ ਉਹ ਡੈਬਿਟ ਹੋਣਗੇ, ਅਤੇ ਕ੍ਰੈਡਿਟ ਕੀ ਹੋਣਗੇ, ਓਲ ਇਨਕਮ ਐਂਡ ਗੇਨਸ, ਜਿੰਨੀ ਵੀ ਇਨਕਮ ਹੈ ਉਹ ਕ੍ਰੈਡਿਟ ਹੋਣਗੀਆਂ। ਰੀਅਲ ਅਕਾਊਂਟ ਕੀ ਹੋਏਗਾ, ਡੈਬਿਟ ਵਰਡਸ ਕਮਸ ਇਨ, ਜੋ ਸਾਡੇ ਕੋਲ ਕੁਝ ਆ ਰਿਹਾ, ਕ੍ਰੈਡਿਟ ਵਰਡਸ ਗੋਸ, ਜੋ ਸਾਡੇ ਤੋਂ ਕੁਝ ਜਾ ਰਿਹਾ, ਉਹਨੂੰ ਕਹਾਂਗੇ ਆਪਾਂ ਰੀਅਲ ਅਕਾਊਂਟ। ਜੋ ਆਪਾਂ ਨੇ ਦੋ ਤਰ੍ਹਾਂ ਦੇ ਅਕਾਊਂਟ ਦੇਖਿਆ ਨਾ ਉੱਪਰ, ਆਪਾਂ ਨੇ ਆ ਰਿਹਾ ਆਪਾਂ ਟਾਈਪਸ ਆਫ ਅਕਾਊਂਟ, ਪਰਸਨਲ ਅਤੇ ਇੰਪਰਸਨਲ। ਇਸ ਵਿੱਚ ਆਪਾਂ ਨੇ ਪਰਸਨਲ ਅਕਾਊਂਟ ਦੇਖਿਆ ਜਿਸ ਦੀ ਆਪਾਂ ਹੁਣੇ ਅੱਗੇ ਰੂਲਸ ਪੜ੍ਹੇ ਆ, ਅਤੇ ਇੰਪਰਸਨਲ ਵਿੱਚ ਆਪਾਂ ਰੀਅਲ ਅਤੇ ਨੋਮੀਨਲ ਦੇ ਰੂਲਸ ਪੜ੍ਹੇ। ਰੀਅਲ ਦੇ ਆਪਾਂ ਰੂਲਸ ਪੜ੍ਹ ਲਏ ਆਪਣੇ, ਡੈਬਿਟ ਵਰਡਸ ਕਮਸ ਇਨ, ਕ੍ਰੈਡਿਟ ਵਰਡਸ ਗੋਸ ਆਊਟ, ਅਤੇ ਨੋਮੀਨਲ ਵੀ ਪਾ ਲਏ, ਡੈਬਿਟ ਆਲ ਐਕਸਪੈਂਸਿਸ, ਕ੍ਰੈਡਿਟ ਆਲ ਇਨਕਮਸ। ਅੱਗੇ ਆਪਾਂ ਦੇਖਾਂਗੇ, ਹੁਣ ਆਪਾਂ ਐਗਜ਼ਾਮਪਲਾਂ ਪੜ੍ਹਾਂਗੇ, ਤੁਹਾਨੂੰ ਸਮਝ ਆ ਜਾਏਗਾ, ਤੁਹਾਨੂੰ ਐਗਜ਼ਾਮਪਲਾਂ ਤੋਂ ਬਿਲਕੁਲ ਸਮਝ ਆ ਜਾਏਗਾ ਕਿ ਆਪਾਂ ਕੀ ਕਹਿਣਾ ਚਾਹ ਰਹੇ ਹਾਂ। ਪਹਿਲਾ ਹੈ ਪਰਚੇਸ ਆਫ ਗੁਡਸ ਫਰੋਮ ਮਿਸਟਰ ਏ ਬਾਏ ਬੈਂਕ ਫੋਰ, ਇਹ ਗਲਤੀ ਨਾਲ ਆ ਗਿਆ 1000 ਦੀ। ਹੁਣ ਆਪਾਂ ਨੇ ਪਰਚੇਸ ਕੀਤਾ ਕਿੰਨੇ ਦਾ ਪਰਚੇਸ ਕੀਤਾ, 1000 ਦਾ, ਅਤੇ ਆਪਾਂ ਇਹਨੂੰ ਡੈਬਿਟ ਕਿਉਂ ਕੀਤਾ, ਆਪਾਂ ਨੂੰ ਕਿਉਂ ਜ਼ਰੂਰਤ ਪਈ ਡੈਬਿਟ ਕਰਨ ਦੀ। ਆਪਾਂ ਹੁਣ ਆਪਣੀ ਪੜ੍ਹ ਕੇ ਆਏ, ਆਪਾਂ ਅਪਲਾਈ ਕਰਾਂਗੇ। ਹੁਣ ਪਰਚੇਸਿਸ ਕਿਹਨੂੰ ਕਹਿੰਦੇ ਆਪਾਂ, ਸਮਝੋ ਪਰਚੇਸਿਸ ਕੀ ਹੋ ਗਿਆ, ਗੁਡਸ ਹੋ ਗਏ ਨਾ। ਗੁਡਸ ਨੂੰ ਆਪਾਂ ਨਹੀਂ ਲਿੱਤਾ, ਆਪਾਂ ਪਰਚੇਸਿਸ ਲਿੱਤੇ, ਕਿਉਂਕਿ ਅਕਾਊਂਟਿੰਗ ਦੇ ਮੈਥਡ ਨਾਲ ਆਪਾਂ ਪਰਚੇਸ ਨੂੰ ਹੀ ਅਕਾਊਂਟ 'ਚ ਕੰਸੀਡਰ ਕਰਾਂਗੇ, ਗੁਡਸ ਥੋੜ੍ਹਾ ਕੰਸੀਡਰ ਕਰਾਂਗੇ। ਪਤਾ ਨਹੀਂ ਕਿੰਨੇ ਤਰ੍ਹਾਂ ਦੀ ਗੁਡਸ ਹੋਣਗੀਆਂ, ਅਲੱਗ ਸਬ ਟਾਈਪਸ ਤਾਂ ਹੋ ਸਕਦੇ, ਹਰੇਕ ਨੂੰ ਥੋੜ੍ਹਾ ਰਿਕਾਰਡ ਕਰਾਉਣ ਵਾਲੇ ਪਰਚੇਸਿਸ ਕਹਾਂਗੇ ਆਪਾਂ, ਪਰਚੇਸ ਕੀਤਾ ਭਾਈ, ਗੁਡਸ ਪਰਚੇਸ ਕੀਤੇ, ਪਰਚੇਸਿਸ ਅਕਾਊਂਟ ਹੋਏ, ਤਾਂ ਉਸ ਨੂੰ ਪਰਚੇਸਿਸ ਕੀ ਕਹਾਂ, ਇੱਕ ਤਰ੍ਹਾਂ ਦਾ ਐਸੈਟ ਹੈ ਜੋ ਸਾਡਾ ਯੂਜ਼ਫੁਲ ਹੈ, ਜਿਹਦੇ ਨਾਲ ਸਾਨੂੰ ਅਸੀਂ ਵੇਚ ਕੇ ਅੱਗੇ ਆਪਾਂ ਉਸ ਤੋਂ ਮੁਨਾਫਾ ਕਮਾਵਾਂਗੇ। ਮੈਂ ਤੁਹਾਨੂੰ ਹੁਣੇ ਸਮਝਾਇਆ ਸੀ ਕਿ ਐਸੈਟ ਕੀ ਹੁੰਦੇ ਆ। ਪਰਚੇਸਿਸ ਅਕਾਊਂਟ ਹੈ, ਠੀਕ ਹੈ, ਰੀਅਲ ਅਕਾਊਂਟ ਹੈ। ਹੁਣ ਰੀਅਲ ਕੀ ਹੈ, ਰੀਅਲ ਅਕਾਊਂਟ ਤੁਸੀਂ ਪੜ੍ਹੋ, ਡੈਬਿਟ ਵਰਡਸ ਕਮਸ ਇਨ, ਆਪਣੇ ਕੋਲ ਕੀ ਆਇਆ, ਆਪਣੇ ਕੋਲ ਗੁਡਸ ਆਏ ਹੈ, ਗੁਡਸ ਕੀ ਹੋਣਗੇ, ਡੈਬਿਟ ਹੋਣਗੇ। ਡੈਬਿਟ ਉਰੇ ਆਪਾਂ ਰੂਲਸ ਪੜ੍ਹਿਆ ਨਾ, ਵਟ ਕਮਸ ਇਨ, ਪਰਚੇਸਿਸ ਹੈ। ਪਰਚੇਸਿਸ ਕੀ ਹੈ, ਆਪਣੇ ਕੋਲ ਡੈਬਿਟ ਹੈ, ਡੈਬਿਟ ਹੋਣਗੇ, ਵਟਸ ਕਮਸ ਇਨ, ਸਾਡੇ ਕੋਲ ਕੀ ਹੈ, ਅਤੇ ਬੈਂਕ ਕੀ ਹੈ, ਕ੍ਰੈਡਿਟ ਹੋਇਆ, ਆਪਣਾ ਖਰਚਾ ਹੋਇਆ, ਠੀਕ ਹੈ ਨਾ। ਤਾਂ ਆਪਾਂ ਇਸ ਤਰ੍ਹਾਂ ਡਿਫਾਈਨ ਕਰਾਂਗੇ, ਅਤੇ ਸਾਨੂੰ ਇਸ ਤਰ੍ਹਾਂ ਪਤਾ ਲੱਗੇਗਾ ਕਿ ਪਰਚੇਸਿਸ ਜਿਹੜੇ ਹੈ ਉਹ ਸਾਡੇ ਰੀਅਲ ਅਕਾਊਂਟ ਵਿੱਚ ਆਉਣਗੇ, ਠੀਕ ਹੈ ਫਰੈਂਡਸ। ਤਾਂ ਉਸ ਤੋਂ ਅੱਗੇ ਜਿਵੇਂ ਆਪਾਂ ਰੈਂਟ ਹੈ, ਹੁਣ ਮਿਸਟਰ ਏ ਹੈ, ਠੀਕ ਹੈ, ਹੁਣ ਆਪਾਂ ਨੇ ਮਿਸਟਰ ਏ ਨੂੰ ਪੇ ਕੀਤਾ, ਬੈਂਕ ਅਕਾਊਂਟ ਹੈ, ਇਹ ਆਪਾਂ ਰਿਪਰੈਜ਼ੈਂਟੇਟਿਵ ਹੈ, ਆਪਾਂ ਨੇ ਬਾਏ ਬੈਂਕ ਪੇ ਕੀਤਾ, ਆਪਾਂ ਨੇ ਕਿਹਨੂੰ ਪੇ ਕੀਤਾ, ਰਿਪਰੈਜ਼ੈਂਟ ਨੂੰ ਪੇ ਕੀਤਾ ਨਾ। ਉਹ ਰਿਪਰੈਜ਼ੈਂਟ ਇਸ ਟਾਈਮ ਇਹ ਰਿਪਰੈਜ਼ੈਂਟ ਹੈ, ਇਹ ਪਰਸਨਲ ਅਕਾਊਂਟ ਹੈ। ਉੱਪਰ ਦੇਖੀਏ ਜਦੋਂ ਆਪਾਂ, ਇਹ ਪਰਸਨਲ ਅਕਾਊਂਟ ਹੈ, ਹੁਣੇ ਆਪਾਂ ਪੜ੍ਹ ਕੇ ਹਟੇ ਹਾਂ, ਬੈਂਕ SBI ਬੈਂਕ, ਇਹ ਮੈਂ ਐਗਜ਼ਾਮਪਲ ਇੱਥੇ ਵੈਸੇ ਕੋਈ ਵੀ ਬੈਂਕ ਲਾ ਸਕਦੇ ਹੋ, ਆਰਟੀਫਿਸ਼ੀਅਲ, ਕਿਉਂਕਿ ਆਰਟੀਫਿਸ਼ੀਅਲ ਵੀ ਹੋ ਸਕਦਾ, ਠੀਕ ਹੈ। ਆਪਾਂ ਬਾਏ ਬੈਂਕ ਪੇ ਕੀਤਾ, ਆਪਾਂ ਬੈਂਕ ਦਾ ਨਾਮ ਲੈ ਲਿਆ, ਕੋਈ ਵੀ ਬੈਂਕ ਹੈ, ਮਿਸਟਰ ਏ ਦਾ ਨਾਮ ਨਹੀਂ ਲਿੱਤਾ, ਵੈਸੇ ਆਪਾਂ ਮਿਸਟਰ ਏ ਦਾ ਵੀ ਨਾਮ ਲੈ ਸਕਦੇ ਹਾਂ, ਮਗਰ ਆਪਾਂ ਮਿਸਟਰ ਏ ਨੇ ਆਪਾਂ ਕਿਹਾ ਖਰਚਾ ਪੇ ਕੀਤਾ ਆਪਾਂ ਨੇ, ਠੀਕ ਹੈ, ਆਪਾਂ ਬਾਏ ਬੈਂਕ, ਉਰੇ ਆਪਾਂ ਕੀ ਕਹਾਂਗੇ, ਇਹਨੂੰ ਪਰਸਨਲ ਅਕਾਊਂਟ ਕਹਾਂਗੇ, ਠੀਕ ਹੈ ਫਰੈਂਡਸ। ਇਸ ਤਰ੍ਹਾਂ ਆਪਾਂ ਨੂੰ ਬਣਾਵਾਂਗੇ, ਕਿਉਂਕਿ ਬੈਂਕ ਆਪਾਂ ਨੇ ਪਰਸਨਲ ਵਿੱਚ ਲੈ ਲਿਆ, ਠੀਕ ਹੈ। ਜੋ ਆਪਾਂ ਪਰਸਨਲ ਵਿੱਚ ਲੈ ਲਿਆ ਅਤੇ ਆਪਾਂ ਕ੍ਰੈਡਿਟ ਕੀਤਾ, ਕ੍ਰੈਡਿਟ ਮਤਲਬ ਗਿਵਰ, ਆਪਾਂ ਨੇ ਕੁਝ ਦਿੱਤਾ, ਆਪਾਂ ਨੇ ਪੈਸੇ ਦਿੱਤੇ ਹੈ, ਬਾਈ ਬੈਂਕ ਦਿੱਤੇ ਹੈ। ਤਾਂ ਪਰਸਨਲ ਅਕਾਊਂਟ ਦੇ ਰੂਲਸ ਕੀ ਕਹਿੰਦੇ ਆ, ਕ੍ਰੈਡਿਟ ਮਤਲਬ ਗਿਵਰ, ਡੈਬਿਟ ਮਤਲਬ ਰਿਸੀਵਰ, ਜਿਹਨੇ ਰਿਸੀਵ ਕੀਤਾ, ਕ੍ਰੈਡਿਟ ਮਤਲਬ ਗਿਵਰ, ਜਿਹਨੇ ਗਿਵ ਕੀਤਾ, ਠੀਕ ਹੈ ਫਰੈਂਡਸ। ਉਸ ਤੋਂ ਅੱਗੇ ਆ ਕੇ ਦੂਜੀ ਐਂਟਰੀ ਹੈ, ਇਹ ਆਪਣੀ ਜਨਰਲ ਐਂਟਰੀ ਹੈ। ਇਸ ਵਿੱਚ ਸਿਰਫ ਤੁਹਾਨੂੰ ਮੈਂ ਇਕੱਲੀ ਐਂਟਰੀ ਕਰਕੇ ਦਿਖਾਉਣਾ। ਵੈਸੇ ਤਾਂ ਜਦੋਂ ਆਪਾਂ ਜਨਰਲ ਐਂਟਰੀ ਕਰਦੇ ਹਾਂ ਉਸ 'ਚ ਡੇਟ ਹੁੰਦੀ ਹੈ, ਪਾਰਟੀਕੂਲਰ 'ਚ ਆਪਾਂ ਇਹ ਸਾਰਾ ਪਾਰਟੀਕੂਲਰ 'ਚ ਆਪਾਂ ਰੱਖਦੇ ਹਾਂ, ਇਹ 'ਚ ਨਰੇਸ਼ਨ ਵੀ ਪਾਉਂਦੇ ਹਾਂ। ਨਰੇਸ਼ਨ ਕੀ ਹੁੰਦੀ ਹੈ ਕਿ ਮਤਲਬ ਕਿ ਇੱਕ ਆਪਾਂ ਡੈਫੀਨੇਸ਼ਨ ਲਿਖਦੇ ਹਾਂ ਕਿ ਆਪਾਂ ਪਰਚੇਸਿਸ ਕੀਤੇ ਹੈ, ਆਪਾਂ ਥੱਲੇ ਇੱਕ ਡੈਫੀਨੇਸ਼ਨ ਬਣਾ, ਕੋਲਮ ਪਾ ਕੇ ਨਾ ਆਪਾਂ ਡੈਫੀਨੇਸ਼ਨ ਟੂ ਬੈਂਕ ਤੋਂ ਬਾਅਦ ਥੱਲੇ ਕੋਲਮ ਪਾ ਕੇ ਆਪਾਂ ਡੈਫੀਨੇਸ਼ਨ ਪਾਉਂਦੇ ਹਾਂ। ਤਾਂ ਉਸ ਵਿੱਚ ਇੱਕ ਲੈਜਰ ਫੋਲੀਓ ਹੁੰਦਾ, ਲੈਜਰ ਫੋਲੀਓ ਤੁਹਾਨੂੰ ਮੈਂ ਦੱਸਿਆ ਸੀ ਕਿ ਸਾਰੇ ਅਕਾਊਂਟਸ ਬਣਦੇ ਆ। ਜਿਵੇਂ ਇਸ ਵਿੱਚ ਦੋ ਅਕਾਊਂਟਸ ਇਨਵੋਲਵ ਹੈ, ਪਰਚੇਸਿਸ ਇਨਵੋਲਵ ਹੈ ਅਤੇ ਬੈਂਕ ਇਨਵੋਲਵ ਹੈ। ਦੋ ਅਕਾਊਂਟ ਬਣਨਗੇ,
ठीक है, डे टू डे ਬਣਨਗੇ ਤਾਂ ਉਸ 'ਚ ਡੇ ਟੂ ਡੇ ਟ੍ਰਾਂਜੈਕਸ਼ਨ ਹੁੰਦੀ ਜਾਏਗੀ, ਜੋ ਜਨਰਲ ਵਿੱਚ ਐਂਟਰੀਆਂ ਆਉਣਗੀਆਂ ਤਾਂ ਉਸ ਤੋਂ ਬਾਅਦ ਉਹ 'ਚ ਪੋਸਟਿੰਗ ਹੁੰਦੀ ਜਾਏਗੀ। ਜਦੋਂ ਸਾਰੀ ਪੋਸਟਿੰਗ ਹੋ ਜਾਣਗੀਆਂ ਉਹਨੂੰ ਸਾਰਿਆਂ ਨੂੰ ਜਦੋਂ ਆਪਾਂ ਕਲੋਜ਼ ਕਰਕੇ ਉਹਦੇ ਕੈਰੀ ਡਾਊਨ ਕਰਾਂਗੇ, ਕਲੋਜ਼ ਡਾਊਨ ਬਕਾਇਆ ਰੱਖਾਂਗੇ, ਪੂਰਾ ਉਸ ਨੂੰ ਮੈਚ ਕਰਾਂਗੇ, ਮੈਚ ਕਰਕੇ ਸਾਰੇ ਪਰਟੀਕੂਲਰ ਅਕਾਊਂਟ ਬਣਾਵਾਂਗੇ। ਉਹ ਤੁਹਾਨੂੰ ਮੈਂ ਅੱਗੇ ਦਿਖਾਵਾਂਗਾ, ਐਗਜ਼ਾਮਪਲਾਂ ਦੇਵਾਂ ਲੈਜਰ ਦੀ ਵੀ ਬਣਾਵਾਂਗੇ, ਤਾਂ ਉਹਨੂੰ ਆਪਾਂ ਲੈਜਰ ਕਹਿੰਦੇ ਹਾਂ। ਪੋਸਟਿੰਗ ਕਰਨਾ ਜਨਰਲ ਦੀ ਜਿੰਨੀ ਟ੍ਰਾਂਜੈਕਸ਼ਨ ਉਹਨੂੰ ਪਰਟੀਕੂਲਰ ਅਕਾਊਂਟ ਵਿੱਚ ਪੋਸਟ ਕਰਨਾ ਹਰੇਕ ਇੱਕ ਰਿਸਪੈਕਟਿਵ ਦੇ, ਠੀਕ ਹੈ। ਹੁਣ ਦੂਜਾ ਆ ਗਿਆ, ਆਪਣੀ ਐਂਟਰੀ ਹੈ ਪੇਡ ਰੈਂਟ। ਰੈਂਟ ਕਿੰਨੇ ਦਾ ਪੇ ਕੀਤਾ? 500। ਹੁਣ ਆਪਾਂ ਕੀ ਕਰਾਂਗੇ? ਰੈਂਟ ਨੂੰ ਆਪਾਂ ਡੈਬਿਟ ਕਰਾਂਗੇ। ਹੁਣ ਆਪਾਂ ਡੈਬਿਟ ਕਿਉਂ ਕਰਾਂਗੇ? ਕਿਉਂਕਿ ਆਪਾਂ ਹੁਣੀ ਪੜ੍ਹ ਕੇ ਆਏ ਹਾਂ ਕਿ ਆ ਦੇਖੋ ਨੋਮੀਨਲ ਅਕਾਊਂਟ। ਨੋਮੀਨਲ ਕੀ ਹੈ? ਡੈਬਿਟ ਆਲ ਐਕਸਪੈਂਸਿਸ। ਨੋਮੀਨਲ 'ਚ ਆਪਾਂ ਨੂੰ ਦਿੱਤਾ ਵੀ ਹੋਇਆ, ਉੱਪਰ ਪੜ੍ਹੋ। ਇੰਪਰਸਨਲ ਵਿੱਚ ਨੋਮੀਨਲ 'ਚ ਡੇ ਟੂ ਡੇ ਐਕਸਪੈਂਸਿਸ। ਰੈਂਟ ਆਪਾਂ ਡੇ ਟੂ ਡੇ ਆਪਣੇ ਐਕਸਪੈਂਸਿਸ ਹੈ, ਡੇ ਟੂ ਡੇ ਵੀ ਹੋ ਸਕਦੇ ਹੈ, ਵੈਸੇ ਵੀ ਆਪਾਂ ਜੋ ਮੰਥਲੀ ਪੇ ਕਰਦੇ ਹਾਂ ਉਹ ਵੀ ਹੋ ਸਕਦਾ। ਵੈਸੇ ਇਹਦਾ ਕੋਈ ਉਹ ਨਹੀਂ ਹੈ, ਮਤਲਬ ਤੁਸੀਂ ਐਕਸਪੈਂਸਿਸ ਪੇ ਕਰ ਰਹੇ ਹੋ ਤਾਂ ਡੈਬਿਟ ਆਲ ਐਕਸਪੈਂਸਿਸ। ਡੈਬਿਟ ਮਤਲਬ ਕੀ ਹੋਇਆ? ਆਪਾਂ ਉਹਨੂੰ ਡੈਬਿਟ ਕਰਨਾ, ਉਹਨੂੰ ਆਪਣੇ ਉੱਪਰ ਰੱਖਣਾ ਐਂਟਰੀ ਨੂੰ। ਅਤੇ ਥੱਲੇ ਕੀ ਰੱਖਾਂਗੇ ਆਪਾਂ? ਕੈਸ਼। ਕੈਸ਼ ਕਿਉਂ ਥੱਲੇ ਰੱਖਿਆ ਆਪਾਂ ਨੇ? ਕੈਸ਼ ਕਿਉਂ ਥੱਲੇ ਰੱਖਿਆ ਆਪਾਂ ਨੇ? ਕਿਉਂਕਿ ਆਪਾਂ ਪੈਸਾ ਪੇ ਕੀਤਾ, ਆਪਾਂ ਪੈਸਾ ਪੇ ਕੀਤਾ। ਕੈਸ਼ ਕੀ ਹੈ ਆਪਣਾ? ਕੈਸ਼ ਤੁਸੀਂ ਪੜ੍ਹ ਕੇ ਨਹੀਂ ਆਏ ਉੱਪਰ? ਕੈਸ਼ ਕੀ ਹੈ? ਕੈਸ਼ ਹੈ ਰੀਅਲ ਅਕਾਊਂਟ। ਕੈਸ਼ ਕਿਉਂ ਰੀਅਲ ਅਕਾਊਂਟ ਹੈ? ਇੱਕ ਆਪਣਾ ਐਸੈਟ ਹੈ, ਕਰੰਟ ਐਸੈਟ ਹੈ ਨਾ। ਕੈਸ਼ ਆਪਣਾ ਕਰੰਟ ਐਸੈਟ ਹੈ, ਉਹ ਰੀਅਲ ਅਕਾਊਂਟ ਹੈ। ਅਤੇ ਰੀਅਲ ਅਕਾਊਂਟ ਆਪਣਾ ਰੂਲਸ ਕੀ ਕਹਿੰਦੇ ਆ? ਕ੍ਰੈਡਿਟ ਮਤਲਬ ਵਟਸ ਗੋਸ ਆਊਟ। ਇਸ ਵਿੱਚ ਆਪਣਾ ਕੀ ਜਾ ਰਿਹਾ? ਆਪਾਂ ਜਦੋਂ ਦੋਨੋਂ ਦੇ ਡੈਬਿਟ ਵਟਸ ਕਮਸ ਤਾਂ ਕੁਝ ਆ ਹੀ ਨਹੀਂ ਰਿਹਾ, ਖਰਚਾ ਕੀਤਾ ਹੈ, ਮਟ ਜਾਇਆ ਗਿਆ ਕੀ ਹੈ? ਪੈਸਾ ਗਿਆ ਹੈ ਨਾ। ਕ੍ਰੈਡਿਟ ਵਟਸ ਗੋਸ ਆਊਟ ਆਪਾਂ ਕਰਾਂਗੇ ਕ੍ਰੈਡਿਟ। ਆਪਾਂ ਉਰੇ ਕਹਾਂਗੇ ਰੈਂਟ ਅਕਾਊਂਟ ਡੈਬਿਟ, ਕਿਉਂਕਿ ਡੈਬਿਟ ਆਲ ਐਕਸਪੈਂਸਿਸ। ਕ੍ਰੈਡਿਟ ਮਤਲਬ ਕੈਸ਼। ਕੈਸ਼ ਕਿਉਂ ਕ੍ਰੈਡਿਟ ਕੀਤਾ? ਕ੍ਰੈਡਿਟ ਵਟਸ ਗੋਸ ਆਊਟ। ਰੀਅਲ ਅਕਾਊਂਟ ਕੀ ਕਹਿੰਦਾ? ਕ੍ਰੈਡਿਟ ਵਟਸ ਗੋਸ। ਆਪਾਂ ਜਦੋਂ ਇਹ ਤਿੰਨ ਰੂਲਸ ਚੰਗੀ ਤਰ੍ਹਾਂ ਤੁਸੀਂ ਸਮਝ ਲਓਗੇ ਨਾ, ਤੁਹਾਨੂੰ ਬਹੁਤ ਆਸਾਨੀ ਹੋਏਗੀ। ਤਾਂ ਉਸ ਤੋਂ ਬਾਅਦ ਅੱਗੇ ਆਪਾਂ ਜਿਹੜਾ ਰਿਸੀਵ ਕੀਤਾ 1000 ਫਰੋਮ ਡੈਟਰਸ। ਡੈਟਰਸ ਤੋਂ ਆਪਾਂ ਪੈਸਾ ਰਿਸੀਵ ਕੀਤਾ, ਆਪਾਂ ਨੂੰ ਕੀ ਆਇਆ? ਕੈਸ਼ ਆਇਆ। ਕੈਸ਼ ਕੀ ਆਇਆ ਆਪਾਂ ਨੂੰ? ਐਸੈਟ ਹੈ। ਐਸੈਟ ਹੈ ਨਾ, ਕਰੰਟ ਐਸੈਟ ਹੈ। ਆਪਾਂ ਜਦੋਂ ਰੀਅਲ ਅਕਾਊਂਟ ਦਾ ਰੂਲ ਦੇਖਦੇ ਹਾਂ, ਡੈਬਿਟ ਵਟਸ ਕਮਸ ਇਨ, ਕੀ ਆਇਆ? ਪੈਸਾ ਆਇਆ ਆਪਣੇ ਕੋਲ। ਕਿਸ ਤੋਂ ਆਇਆ? ਡੈਟਰਸ ਤੋਂ ਆਇਆ ਆਪਣੇ ਕੋਲ। ਡੈਟਰਸ ਕੀ ਹੈ ਆਪਣੇ ਕੋਲ? ਡੈਟਰਸ ਕੀ ਹੈ? ਦੇਖੋ ਥੋੜ੍ਹਾ ਸੋਚੋ, ਡੈਟਰਸ ਕੀ ਹੋ ਸਕਦੇ ਹਨ? ਡੈਟਰਸ ਹੋਣਗੇ ਪਰਸਨਲ ਅਕਾਊਂਟ, ਠੀਕ ਹੈ। ਕਿਉਂਕਿ ਉਹਨਾਂ ਤੋਂ ਆਪਾਂ ਵੈਸੇ ਲਿੱਤਾ ਰੀਪ੍ਰਜੈਂਟ ਆਪਣੇ ਪਰਸਨਲ ਅਕਾਊਂਟ 'ਚ ਆਉਣਗੇ ਨਾ, ਜਦੋਂ ਆਪਾਂ ਉਰੇ ਪੜ੍ਹ ਕੇ ਹੀ ਹਟੇ ਹੋਣੀ ਡੈਬਿਟ ਕੀ ਹੈ? ਪਰਸਨਲ ਅਕਾਊਂਟ, ਡੈਟਰਸ। ਉਸ ਤੋਂ ਬਾਅਦ ਕੁਝ ਨੇਚਰਸ ਹੈ, ਮੈਂ ਤੁਹਾਨੂੰ ਹੁਣ ਨਹੀਂ ਦੱਸਿਆ, ਤਾਂ ਕੁਝ ਮੈਂ ਨੇਚਰਸ ਮੈਨੇ ਲਿਖੇ ਆ, ਤੁਸੀਂ ਉਹਨਾਂ ਨੂੰ ਸਮਝਿਓ ਕਿ ਇੱਕ ਵਾਰੀ ਪ੍ਰੈਕਟਿਸ ਆਪ ਵੀ ਕਰੋ। ਵੈਸੇ ਤੁਹਾਨੂੰ ਮੈਂ ਦੱਸ ਦਿੰਦਾ। ਅਕਾਊਂਟਸ ਹੈ ਕਿ ਉਹਦੇ ਨੇਚਰ ਹੈ। ਕੈਸ਼ ਕੀ ਹੋਏਗਾ? ਕੈਸ਼ ਐਸੈਟ ਹੈ, ਕਿਉਂਕਿ ਉਹ ਰੀਅਲ ਅਕਾਊਂਟ ਹੈ। ਬੈਂਕ ਕੀ ਹੋਏਗਾ? ਪਰਸਨਲ ਅਕਾਊਂਟ। ਆਰਟੀਫਿਸ਼ੀਅਲ ਹੈ, ਪਰਸਨਲ ਅਕਾਊਂਟ ਹੈ। ਕ੍ਰੈਡੀਟਰ ਕੀ ਹੋਏਗਾ? ਪਰਸਨਲ ਅਕਾਊਂਟ ਹੈ। ਬਾਏ ਬੰਦਾ ਨਹੀਂ ਬਟ ਰੀਪ੍ਰਜੈਂਟ ਕਰ ਰਿਹਾ, ਪਰਸਨਲ ਅਕਾਊਂਟ। ਪਰਚੇਸਿਸ ਕੀ ਹੈ? ਰੀਅਲ ਐਸੈਟ ਹੈ। ਸੇਲ ਕੀ ਹੈ? ਰੀਅਲ ਐਸੈਟ ਹੈ, ਕਿਉਂਕਿ ਆਪਾਂ ਕੋਲ ਆਪਾਂ ਰੀਅਲ ਆਇਆ, ਉਸ ਵਿੱਚ ਐਸੈਟਸ ਹੈ ਸਾਡੇ, ਕਿਉਂਕਿ ਸਾਡੇ ਕੋਲ ਕੈਸ਼ ਆਏਗਾ। ਬਿੱਲ ਰਿਸੀਵਲ, ਬਿੱਲ ਪੇਏਬਲ ਪਰਸਨਲ ਹੈ। ਪਾਰਟੀ ਦਾ ਨਾਮ ਆਉਂਦਾ ਬਿੱਲ ਰਿਸੀਵਲ ਵਿੱਚ, ਉਹ ਤੁਹਾਨੂੰ ਅੱਗੇ ਸਮਝਾਵਾਂ। ਬਿੱਲ ਰਿਸੀਵਲ, ਬਿੱਲ ਪੇਏਬਲ। ਇਨਵੈਂਟਰੀ ਸਟੋਕ ਕੀ ਹੈ? ਐਸੈਟ ਹੈ, ਜਿਹਦੇ ਦੁਆਰਾ ਯੂਜ਼ ਕਰਕੇ ਆਪਾਂ ਅੱਗੇ ਬਿਜ਼ਨਸ ਚਲਾਉਂਦੇ ਹਾਂ। ਪ੍ਰੀਪੇਡ ਐਕਸਪੈਂਸਿਸ ਕੀ ਹੈ? ਪਰਸਨਲ ਹੈ, ਜਦੋਂ ਉੱਪਰ ਆਪਾਂ ਪੜ੍ਹ ਕੇ ਹੀ ਆਏ ਹਾਂ। ਆਪਾਂ ਪੜ੍ਹ ਕੇ ਹੀ ਆਏ ਹਾਂ। ਤਾਂ ਲੈਂਡ ਐਂਡ ਬਿਲਡਿੰਗ ਰੀਅਲ ਹੈ, ਪਲਾਂਟ ਐਂਡ ਮਸ਼ੀਨਰੀ ਰੀਅਲ ਹੈ। ਆਊਟਸਟੈਂਡਿੰਗ ਐਕਸਪੈਂਸਿਸ ਪਰਸਨਲ ਹੈ। ਡੈਪਰੀਸ਼ੀਏਸ਼ਨ ਖਰਚਾ ਹੈ, ਨੋਮੀਨਲ ਹੈ। ਇੰਟਰਸਟ ਪੇਡ ਖਰਚਾ ਹੈ, ਨੋਮੀਨਲ ਹੈ। ਬੈਂਕ ਓਵਰਡਰਾਫਟ ਪਰਸਨਲ ਹੈ, ਕਿਉਂਕਿ ਆਪਾਂ ਨੇ ਕਿਸੇ ਬੈਂਕ ਤੋਂ ਪੈਸਾ ਲਿੱਤਾ। ਬੈਂਕ ਲਿੱਤਾ ਕੀ? ਬੈਂਕ ਕੀ ਹੋ ਗਿਆ? ਪਰਸਨਲ ਹੋ ਗਿਆ। ਸਟੇਸ਼ਨਰੀ ਕੀ ਹੈ? ਨੋਮੀਨਲ ਹੈ। ਲੋਨ ਕੀ ਹੈ? ਪਰਸਨਲ ਹੈ। ਅਗਰ ਰੂਟ ਇਨਕਮ ਕੀ ਹੈ? ਪਰਸਨਲ ਹੈ। ਇਨਕਮ ਰਿਸੀਵਡ ਕੀ ਹੈ? ਪਰਸਨਲ ਹੈ। ਉਹ ਰੈਲ ਆਏਗਾ, ਠੀਕ ਹੈ ਫਰੈਂਡਸ। ਇਹ ਤੁਹਾਨੂੰ ਮੈਂ ਤਾਂ ਸਮਝਾ ਰਿਹਾ, ਜਦੋਂ ਤੁਹਾਡੇ ਕੋਲ ਇੱਕ ਸਟੇਟਮੈਂਟ ਆਏਗਾ, ਸਟੇਟਮੈਂਟ ਵਿੱਚ ਅਕਾਊਂਟਸ ਇਹ ਡਿਫਾਈਨ ਹੋਏਗਾ, ਇਹ ਆਏਗਾ, ਤਾਂ ਤੁਹਾਨੂੰ ਸਮਝ ਆਉਣਾ ਚਾਹੀਦਾ ਕਿ ਮੈਨੂੰ ਉਹ ਰੂਲਸ ਨੂੰ ਅਪਲਾਈ ਕਰਕੇ ਕਿਹੜੀ ਚੀਜ਼ ਡੈਬਿਟ ਕਰਨੀ ਹੈ, ਕਿਹੜੀ ਚੀਜ਼ ਕ੍ਰੈਡਿਟ ਕਰਨੀ ਹੈ। ਤਾਂ ਅੱਗੇ ਹੁਣ ਆਪਾਂ ਕੁਝ MCQs ਕਰਾਂਗੇ, ਆਪਾਂ ਨੂੰ ਕੁਝ ਪਤਾ ਲੱਗੇਗਾ। MCQs ਨਾਲ ਸਾਡਾ ਓਵਰਵਿਊ ਮਤਲਬ ਪ੍ਰੈਕਟਿਸ ਹੋਏਗੀ, ਸਾਨੂੰ ਅਪਲਾਈ ਕਰਨਾ ਆ ਜਾਏਗਾ। ਕੁਛ MCQs ਆਪਾਂ ਹੁਣ ਡੇਲੀ ਲਵਾਂਗੇ, ਠੀਕ ਹੈ ਫਰੈਂਡਸ। ਤਾਂ ਸਭ ਤੋਂ ਪਹਿਲਾ ਕੁਐਸਚਨ ਹੈ, ਇਨਕਮ ਟੈਕਸ ਆਫ ਦਿਸ ਸੇਲ ਟਰੇਡਰ ਪੇਡ ਇਜ਼ ਸ਼ੋਨ। ਆਪਾਂ ਕੀ ਕਹਾਂਗੇ? ਜਿਹੜਾ ਇਨਕਮ ਟੈਕਸ ਹੈ, ਵੈਸੇ ਤੁਹਾਨੂੰ ਮੈਂ ਹਲੇ ਕਰਾਇਆ ਨਹੀਂ ਹੈ, ਮਗਰ ਤੁਹਾਨੂੰ ਥੋੜ੍ਹਾ ਬਹੁਤਾ ਤੁਸੀਂ ਮਤਲਬ ਤੁਹਾਨੂੰ ਲਿੰਕ ਕਰਨਾ ਆ ਜਾਏ, ਥੋੜ੍ਹਾ ਫੈਮੀਲੀਅਰ ਹੋਣਾ ਜ਼ਰੂਰੀ ਹੈ, ਤਾਂ ਕਿ ਆਉਣ ਵਾਲੇ ਟਾਈਮ ਤੁਹਾਨੂੰ ਆਸਾਨੀ ਰਹੇ। ਥੋੜ੍ਹੇ MCQ ਤੁਹਾਨੂੰ ਵੀ ਪਤਾ ਹੋਣੇ ਚਾਹੀਦੇ ਆ। ਪੂਰਾ ਤਾਂ ਤੁਹਾਨੂੰ ਸਾਰਾ ਕੁਝ MCQ ਉਸ 'ਤੇ ਨਹੀਂ ਕਰਨਾ, ਕਿਉਂਕਿ ਜੇ ਤੁਹਾਨੂੰ ਬੇਸਿਕ ਪਤਾ ਹੋਏਗਾ ਤਾਂ ਹੀ ਕੁਝ ਕਰੋਗੇ। ਮੈਂ ਕੁਛ ਕੁ ਤੁਹਾਨੂੰ ਥੋੜ੍ਹੀ ਇੰਟਰ ਤੁਹਾਨੂੰ ਨਾਲ ਦਿੱਤੀ ਜਾਣੀ ਚਾਹੀਦੀ ਹੈ, ਤਾਂ ਜੋ ਤੁਹਾਨੂੰ ਤੁਸੀਂ ਹੌਲੀ ਹੌਲੀ ਲਿੰਕ ਕਰਨਾ ਸਟਾਰਟ ਕਰੋਗੇ। ਤਾਂ ਉਰੇ ਇਨਕਮ ਟੈਕਸ ਆਫ ਦਿਸ ਸੇਲ ਟਰੇਡਰ ਪੇਡ ਇਜ਼ ਸ਼ੋਨ ਇਨ, ਕਿੱਥੇ ਆਪਾਂ ਸ਼ੋਅ ਕਰਾਂਗੇ? ਡੈਬਿਟ ਟੂ ਦਾ PLN ਅਕਾਊਂਟ,
ਡੈਬਿਟ ਟੂ ਦਾ ਟ੍ਰੇਡਿੰਗ ਅਕਾਊਂਟ, ਡੈਬਿਟ ਟੂ ਇਸ ਕੈਪੀਟਲ ਅਕਾਊਂਟ। ਇਨਕਮ ਟੈਕਸ ਦਾ ਖਰਚਾ ਪੇ ਕੀਤਾ, ਉਹਨੂੰ ਆਪਾਂ ਪੀ-ਐਲ ਅਕਾਊਂਟ 'ਚ ਦਿਖਾਵਾਂ, ਪ੍ਰੋਫਿਟ ਐਂਡ ਲੋਸ ਅਕਾਊਂਟ ਦਿਖਾਵਾਂ। ਪ੍ਰੋਫਿਟ ਐਂਡ ਲੋਸ ਕਦੋਂ ਕਿਵੇਂ ਹੁੰਦਾ, ਮੈਂ ਤੁਹਾਨੂੰ ਦੱਸਿਆ ਸੀ ਪਿਛਲੇ ਲੈਕਚਰ 'ਚ। ਟ੍ਰੇਡਿੰਗ ਅਕਾਊਂਟ ਹੁੰਦਾ ਅਤੇ ਪੀ-ਐਲ, ਇਹ ਹੁੰਦਾ ਫਾਈਨੈਂਸ਼ੀਅਲ ਸਟੇਟਮੈਂਟ ਅਕਾਊਂਟ। ਫਾਈਨੈਂਸ਼ੀਅਲ ਸਟੇਟਮੈਂਟ ਆਪਣੀਆਂ ਦੋ ਹੀ ਹੈ, ਟ੍ਰੇਡਿੰਗ ਐਂਡ ਪੀ-ਐਲ ਅਕਾਊਂਟ, ਬੈਲੈਂਸ ਸ਼ੀਟ, ਡੈਟਸ ਇਟ, ਇਹੀ ਹੈ। ਠੀਕ ਹੈ ਫਰੈਂਡਸ, ਤਾਂ ਇਸ ਨੂੰ ਆਪਾਂ ਪੀ-ਐਲ ਅਕਾਊਂਟ 'ਚ ਡੈਬਿਟ ਸਾਈਡ ਦਿਖਾਵਾਂਗੇ, ਕਿਉਂਕਿ ਡੈਬਿਟ ਆਲ ਐਕਸਪੈਂਸਿਸ। ਇਨਕਮ ਟੈਕਸ ਆਪਣਾ ਐਕਸਪੈਂਸ ਹੈ। ਠੀਕ ਹੈ ਫਰੈਂਡਸ, ਹੁਣ ਅਗਲਾ ਆ ਗਿਆ ਵਿੱਚ ਆਫ ਦੀ ਫੋਲੋਇੰਗ ਇਜ਼ ਦਾ ਪਰਸਨਲ ਅਕਾਊਂਟ। ਹੁਣ ਮੈਂ ਤੁਹਾਨੂੰ ਪੜ੍ਹ ਕੇ ਆਇਆ ਪਰਸਨਲ ਕੀ ਹੋਏਗਾ, ਮਸ਼ੀਨਰੀ ਤਾਂ ਹੋਏਗੀ ਨਹੀਂ, ਮਸ਼ੀਨਰੀ ਕੀ ਹੈ, ਰੀਅਲ ਅਕਾਊਂਟ, ਕਿਉਂਕਿ ਐਸੈਟ ਹੈ। ਰੈਂਟ ਕੀ ਹੈ, ਖਰਚਾ ਹੈ, ਨੋਮੀਨਲ ਅਕਾਊਂਟ। ਕੈਸ਼ ਕੀ ਹੈ, ਕਰੰਟ ਹੈ। ਡੈਟ ਕੈਸ਼ ਕੀ ਹੈ, ਕੈਸ਼ ਕੀ ਹੈ, ਕਰੰਟ ਹੈ ਨਾ, ਕਰੰਟ ਹੈ, ਫਿਰ ਰੀਅਲ 'ਚ ਆ ਗਿਆ ਨਾ, ਰੀਅਲ ਹੈ। ਕ੍ਰੈਡੀਟਰ ਕੀ ਹੋਏਗਾ, ਪਰਸਨਲ ਹੋਏਗਾ, ਕਿਉਂਕਿ ਬੰਦੇ ਦਾ ਨਾਮ ਆ ਗਿਆ। ਹਲੇ ਆਇਆ ਨਹੀਂ ਮਤਲਬ ਕ੍ਰੈਡੀਟਰ ਹੈ, ਉਹ ਸਾਡਾ ਕ੍ਰੈਡੀਟਰ ਹੈ, ਆਪਾਂ ਰਿਪਰਜੈਂਟ ਕਰ ਰਹੇ ਮਤਲਬ ਕ੍ਰੈਡੀਟਰ ਹੈ, ਉਹ ਆ ਜਾਏਗਾ ਪਰਸਨਲ ਅਕਾਊਂਟ ਵਿੱਚ। ਕਰੰਟ ਲਾਇਬਿਲਿਟੀ, ਜਿਵੇਂ ਆਪਾਂ ਕਰੰਟ ਐਸੈਟ ਪੜ੍ਹਿਆ ਸੀ, ਸੇਮ ਹੀ ਕਰੰਟ ਲਾਇਬਿਲਿਟੀ ਹੈ। ਵਿਦਿਨ 12 ਮੰਥਸ ਆਪਾਂ ਨੂੰ ਪੇ ਕਰਨਾ ਹੁੰਦਾ, ਤਾਂ ਲਾਇਬਿਲਿਟੀ ਵਿਚ ਆਰ ਪੇਬਲ ਵਿਦਿਨ 12 ਮੰਥਸ। ਆਪਾਂ ਇਸ ਨੂੰ ਆਪਸ਼ਨ ਕਲਿੱਕ ਕਰਾਂਗੇ। ਉਸ ਤੋਂ ਬਾਅਦ ਪੀ-ਐਲ ਅਕਾਊਂਟ ਇਜ਼ ਪ੍ਰੀਪੇਅਰਡ ਫॉर ਪੀਰੀਅਡ 1 ਈਅਰ। ਇਹ ਆਪਾਂ 1 ਈਅਰ, ਮੈਂ ਤੁਹਾਨੂੰ ਹੁਣੇ ਪਿੱਛੇ ਕੰਸੈਪਟ ਪੜ੍ਹਾ ਕੇ ਆਇਆ ਕਿ ਕਾਊਂਟਿੰਗ ਪੀਰੀਅਡ ਕੰਸੈਪਟ, ਤਾਂ ਉਰੇ ਆਪਾਂ ਸੀ ਆਪਸ਼ਨ ਆ ਜਾਏਗਾ, ਕਾਊਂਟਿੰਗ ਪੀਰੀਅਡ ਕੰਸੈਪਟ। ਫਿਕਸਡ ਐਸੈਟ ਐਂਡ ਕਰੰਟ ਐਸੈਟ ਆਰ ਕੈਟਾਗਰਾਈਜ਼ ਐਜ਼ ਕੰਸੈਪਟ ਆਫ। ਫਿਕਸਡ ਐਸੈਟ, ਕਰੰਟ ਐਸੈਟ, ਤੁਸੀਂ ਥੋੜ੍ਹਾ ਜਿਹਾ ਓਬਜ਼ਰਵ ਕਰੋ ਕਿ ਫਿਕਸਡ ਐਸੈਟ, ਕਰੰਟ ਐਸੈਟ ਮਤਲਬ ਇਹ ਕੀ ਡਿਫਾਈਨ ਹੋ ਰਿਹਾ। ਸੈਪਰੇਟਿਵਸ ਡਿਫਾਈਨ ਹੋ ਰਿਹਾ, ਕੰਸਿਸਟੈਂਸੀ ਹੋ ਰਿਹਾ, ਟਾਈਮ ਪੀਰੀਅਡ ਹੋ ਰਿਹਾ, ਗੋਇੰਗ ਕੰਸਰਨ ਕੰਸੈਪਟ ਹੋ ਰਿਹਾ। ਇਹ ਗੋਇੰਗ ਕੰਸਰਨ ਹੋ ਰਿਹਾ, ਕਿਉਂਕਿ ਫਿਕਸਡ ਐਸੈਟ ਲੌਂਗ ਟਰਮ ਲਈ, ਕਰੰਟ ਐਸੈਟ 1 ਈਅਰ ਲਈ, ਇਹ ਹੁੰਦਾ ਗੋਇੰਗ ਕੰਸਰਨ ਕੰਸੈਪਟ। ਤਾਂ ਅਗਲਾ ਮਤਲਬ 6ਵਾਂ ਕੁਐਸਚਨ ਹੈ, ਡਿਟਰਮੀਨੇਸ਼ਨ ਆਫ ਐਕਸਪੈਂਸਿਸ ਫॉर ਐਨ ਅਕਾਊਂਟਿੰਗ ਪੀਰੀਅਡ ਇਜ਼ ਬੇਸਡ ਔਨ ਦਾ ਕੰਸੈਪਟ ਆਫ। ਆਪਾਂ ਐਕਸਪੈਂਸਿਸ ਫॉर ਦੀ ਅਕਾਊਂਟਿੰਗ ਪੀਰੀਅਡ ਲਈ ਕਰ ਰਹੇ ਹਾਂ, ਕਾਹਦੇ ਲਈ ਐਕਸਪੈਂਸਿਸ ਨੂੰ ਆਪਾਂ ਇੱਕ ਪੀਰੀਅਡ ਵਿੱਚ ਦਿਖਾ ਰਹੇ ਹਾਂ। ਮੈਂ ਤੁਹਾਨੂੰ ਹੁਣੇ ਸਮਝਾਇਆ ਸੀ ਪਿੱਛੇ ਕੰਸੈਪਟ ਜਦੋਂ ਪੜ੍ਹਾਈ ਸੀ ਮੈਚਿੰਗ ਕੰਸੈਪਟ ਬਾਰੇ, ਕਿ ਸਾਰੇ ਜਿਹੜੇ ਐਕਸਪੈਂਸਿਸ ਨੇ ਪਰਟੀਕੂਲਰ 1 ਈਅਰ ਦੇ, ਉਹ ਦਿਖਾਉਣੇ ਜ਼ਰੂਰੀ ਹੈ। ਤੁਹਾਨੂੰ ਆਪਾਂ ਪਰਟੀਕੂਲਰ ਈਅਰ 'ਚ ਦਿਖਾਵਾਂਗੇ, ਤੁਹਾਨੂੰ ਕਹਾਂਗੇ ਮੈਚਿੰਗ ਕੰਸੈਪਟ। ਵਿਚ ਆਫ ਫੋਲੋਇੰਗ ਇਜ਼ ਦਾ ਕਰੰਟ ਐਸੈਟ। ਕਰੰਟ ਐਸੈਟ ਇਹਨਾਂ 'ਚੋਂ ਕਿਹੜਾ ਹੈ, ਬਿਲਡਿੰਗ ਹੋ ਨਹੀਂ ਸਕਦਾ। ਬੈਂਕ ਬੈਲੈਂਸ ਦੇਖੋ, ਪਲਾਂਟ ਕੀ ਹੈ, ਫਿਕਸਡ ਐਸੈਟ ਹੈ। ਗੁੱਡਵਿਲ ਕੀ ਹੈ, ਫਿਕਸਡ ਐਸੈਟ ਹੈ। ਗੁੱਡਵਿਲ ਕੀ ਹੁੰਦੀ ਹੈ, ਰੈਪੂਟੇਸ਼ਨ ਹੁੰਦੀ ਹੈ। ਕਿਸੇ ਦੀ ਮਸ਼ਹੂਰ ਹੈ ਕੋਈ ਦੁਕਾਨ, ਤੁਹਾਡੇ ਬਾਜ਼ਾਰ 'ਚ ਕੋਈ ਮਸ਼ਹੂਰ ਹੋ ਸਕਦੀ ਹੈ, ਕਿੰਨੇ ਸਾਲਾਂ ਤੋਂ ਉਹਨੇ ਆਪਣੀ ਰੈਪੂਟੇਸ਼ਨ ਬਣਾਈ, ਕੋਈ ਚੀਜ਼ ਵਧੀਆ ਵੇਚਦਾ ਹੋਏਗਾ, ਕੋਈ ਚੀਜ਼ ਵਧੀਆ ਬਣਾਉਂਦਾ ਹੋਏਗਾ, ਕੁਛ ਵੀ ਹੈ, ਕੋਈ ਪ੍ਰੋਡਕਟਸ ਅੱਛੇ ਵੇਚਦਾ ਹੋਏਗਾ, ਤਾਂ ਉਹਨੂੰ ਆਪਾਂ ਗੁੱਡਵਿਲ ਕਹਿੰਦੇ ਹਾਂ। ਇਸ ਵਿੱਚ ਕੋਈ ਚੀਜ਼ ਕਰੰਟ ਐਸੈਟ ਵਿੱਚ ਹੈ, ਇਹ 'ਚ ਜਿਹੜੀ ਹੈ ਬੈਂਕ ਬੈਲੈਂਸ, ਜਿਹੜਾ ਕਰੰਟ ਐਸੈਟ ਵਿੱਚ ਹੈ। ਕਰੰਟ ਹੈ ਮਤਲਬ ਪਰਟੀਕੂਲਰ 1 ਸਾਲ ਦਾ, ਸ਼ੋਰਟ ਟਰਮ ਲਈ ਹੁੰਦਾ ਹੈ, ਮਤਲਬ ਕਿ ਵੱਧਦਾ ਘੱਟਦਾ ਰਹਿੰਦਾ ਹੈ, ਮਤਲਬ ਕਿ 1 ਸਾਲ 'ਚ ਟ੍ਰਾਂਜੈਕਸ਼ਨਸ ਹੁੰਦੀਆਂ ਸਾਰੀਆਂ। ਅੱਗੇ ਹੈ ਗ੍ਰੋਸ ਪ੍ਰੋਫਿਟ। ਗ੍ਰੋਸ ਪ੍ਰੋਫਿਟ ਤੁਹਾਨੂੰ ਮੈਂ ਪਿਛਲੇ ਲੈਕਚਰ 'ਚ ਪੜ੍ਹਾਇਆ ਸੀ, ਟ੍ਰੇਡਿੰਗ ਅਕਾਊਂਟ 'ਚ ਗ੍ਰੋਸ ਪ੍ਰੋਫਿਟ ਨਿਕਲਦਾ, ਕਿਉਂਕਿ ਇਸ ਵਿੱਚ ਜਦੋਂ ਆਪਾਂ ਕ੍ਰੈਡਿਟ ਅਕਾਊਂਟ ਪੜ੍ਹਦੇ ਹਾਂ ਤਾਂ ਉਸ ਵਿੱਚ ਕੀ ਆਉਂਦਾ ਕਿ ਪਿਛਲੇ ਸਾਲ ਦਾ ਜਿਹੜਾ ਬਕਾਇਆ ਉਹ ਆਉਂਦਾ ਮਾਲ, ਅਤੇ ਇਸ ਸਾਲ ਕਿੰਨਾ ਮਾਲ ਖਰੀਦਿਆ, ਠੀਕ ਹੈ, ਉਹਦੇ ਉੱਪਰ ਡਾਇਰੈਕਟ ਖਰਚਾ ਕਿੰਨਾ ਹੋਇਆ ਮਾਲ ਲਿਆਉਣ ਵਿੱਚ, ਅਤੇ ਇਸ ਸਾਲ ਜਿਹੜਾ ਬਕਾਇਆ ਰਹਿ ਗਿਆ ਉਹਨੂੰ ਮਾਈਨਸ ਕਰਕੇ ਜੋ ਆਉਂਦਾ ਉਹਨੂੰ ਕਹਿੰਦੇ ਕੋਸਟ ਆਫ ਗੁੱਡ ਸੋਲਡ। ਅਤੇ ਨੈੱਟ ਸੇਲ ਜਿੰਨੀ ਆਪਣੀ ਨੈੱਟ ਸੇਲ ਹੁੰਦੀ ਹੈ, ਸੇਲ ਰਿਟਰਨ ਮਾਈਨਸ ਕਰਕੇ ਨੈੱਟ ਸੇਲ ਆਉਂਦੀ ਹੈ ਨਾ, ਨੈੱਟ ਸੇਲ ਤਾਂ ਨੈੱਟ ਸੇਲ 'ਚੋਂ ਕੋਸਟ ਆਫ ਗੁੱਡ ਸੋਲਡ ਮਾਈਨਸ ਕਰਕੇ ਗ੍ਰੋਸ ਪ੍ਰੋਫਿਟ ਨਿਕਲ ਆਉਂਦਾ ਹੈ। ਇਹ ਉਲਟਾ ਵੀ ਹੋ ਸਕਦਾ, ਕੋਸਟ ਆਫ ਗੁੱਡ ਸੋਲਡ 'ਚੋਂ ਨੈੱਟ ਸੇਲ ਮਾਈਨਸ ਕਰਾਂਗੇ ਤਾਂ ਲੋਸ ਵੀ ਨਿਕਲ ਆਏਗਾ, ਅਤੇ ਫਿਰ ਜਿਹੜਾ ਗ੍ਰੋਸ ਪ੍ਰੋਫਿਟ ਹੈ ਉਹ ਫਿਰ ਅੱਗੇ ਪੀ-ਐਲ ਅਕਾਊਂਟ ਵਿੱਚ ਕ੍ਰੈਡਿਟ ਸਾਈਡ 'ਤੇ ਪੈ ਜਾਂਦਾ। ਕ੍ਰੈਡਿਟ ਸਾਈਡ ਕਿਉਂ ਪੈਂਦਾ, ਕਿਉਂਕਿ ਆਪਾਂ ਪੜ੍ਹ ਕੇ ਹਟੇ ਹਾਂ ਕ੍ਰੈਡਿਟ ਆਲ ਇਨਕਮਸ ਐਂਡ ਗੇਨਸ। ਠੀਕ ਹੈ ਫਰੈਂਡਸ, ਇਹ ਸਾਰਾ ਜਿਹੜੇ ਇਹ ਅਕਾਊਂਟ ਉੱਪਰਲੇ ਰੂਲਸ ਹੈ ਨਾ, ਜੇ ਤੁਸੀਂ ਇਹਨਾਂ ਨੂੰ ਸਮਝ ਲਿਆ, ਤੁਹਾਡੇ ਅੱਗੇ ਜਿਹੜੇ ਅਕਾਊਂਟਸ ਬਣਦੇ ਜਾਣਗੇ ਨਾ, ਤੁਸੀਂ ਕਹੋਗੇ ਕਿ ਕ੍ਰੈਡਿਟ 'ਤੇ ਕਿਉਂ ਹੈ, ਡੈਬਿਟ 'ਤੇ ਕਿਉਂ, ਉਹ ਸਾਰੇ ਰੂਲਸ ਲੱਗ ਰਹੇ, ਹੋਰ ਕੁਛ ਵੀ ਨਹੀਂ ਹੈ। ਤਾਂ ਅਗਲਾ ਜਿਹੜਾ ਕੰਸੈਪਟ ਹੈ, ਇਹਦਾ ਬੇਸਿਕ ਕੰਸੈਪਟ ਰਿਲੇਟਿਡ ਟੂ ਦ ਬੈਲੈਂਸ ਸ਼ੀਟ। ਬੈਲੈਂਸ ਸ਼ੀਟ ਦਾ ਕੀ ਕੰਸੈਪਟ ਹੈ, ਬੈਲੈਂਸ ਸ਼ੀਟ ਆਪਾਂ ਕਿਉਂ ਬਣਾਉਂਦੇ, ਇੱਕ ਬਿਜ਼ਨਸ ਦੀ ਬਣਾਉਂਦੇ ਹਾਂ ਬੈਲੈਂਸ ਸ਼ੀਟ, ਇੱਕ ਬਿਜ਼ਨਸ ਐਂਟੀਟੀ ਹੈ, ਇੱਕ ਕੋਸਟ ਹੈ, ਕਿਉਂਕਿ ਉਹਦੀ ਵੈਲਿਊ ਵੀ ਦਿਖਾਉਂਦੇ, ਤਾਂ ਕੋਸਟ ਕੰਸੈਪਟ ਅਤੇ ਬਿਜ਼ਨਸ ਐਂਟੀਟੀ ਕੰਸੈਪਟ। ਰਿਕਾਰਡਿੰਗ ਆਫ ਫਿਕਸ ਐਸੈਟਸ ਐਟ ਕੋਸਟ ਇਨਸ਼ੋਰ ਦੀ ਐਡਹਰੈਂਸ ਆਫ। ਆਪਾਂ ਰਿਕਾਰਡ ਕਰਦੇ ਹਾਂ ਐਟ ਕੋਸਟ 'ਤੇ, ਐਟ ਕੋਸਟ ਦਾ ਕੀ ਮਤਲਬ ਹੋਇਆ, ਗੋਇੰਗ ਕੰਸਰਨ ਕੰਸੈਪਟ। ਠੀਕ ਹੈ ਫਰੈਂਡਸ, ਓਕੇ ਫਰੈਂਡਸ, ਜੇ ਤੁਹਾਨੂੰ ਮੇਰੀ ਅੱਜ ਦਾ ਲੈਕਚਰ ਠੀਕ ਲੱਗਿਆ, ਅੱਛਾ ਲੱਗਿਆ ਹੋਵੇ, ਤਾਂ ਇਸ ਨੂੰ ਪਲੀਜ਼ ਲਾਈਕ ਕਰਿਓ, ਸ਼ੇਅਰ ਵੀ ਕਰਿਓ, ਅਤੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਵੀ ਕਰਨ, ਅਤੇ ਵੱਧ ਤੋਂ ਵੱਧ ਸ਼ੇਅਰ ਕਰਿਓ, ਸਾਰਿਆਂ ਨੂੰ ਦੱਸਿਓ। ਅਤੇ ਕੋਈ ਵੀ ਮੇਰੀ ਕੋਈ ਗਲਤੀ ਵੀ ਲੱਗਦੀ ਹੋਵੇ, ਤੁਸੀਂ ਆਪਣੇ ਕਮੈਂਟ ਵਿੱਚ ਵੀ ਦੱਸਿਓ, ਕਿਉਂਕਿ ਗਲਤੀ ਵੀ ਕਿਸੇ ਤੋਂ ਵੀ ਹੋ ਸਕਦੀ ਹੈ। ਜੇ ਤੁਹਾਨੂੰ ਕਿਸੇ ਨੂੰ ਡਾਊਟ ਵੀ ਹੋਵੇ ਤਾਂ ਵੀ ਦੱਸਿਓ, ਮੈਂ ਅਗਲੇ ਲੈਕਚਰ ਵਿੱਚ ਉਸ ਨੂੰ ਮੈਂ ਰਿਸੋਲਵ ਕਰਨ ਦੀ ਕੋਸ਼ਿਸ਼ ਕਰਾਂਗਾ। ਓਕੇ ਫਰੈਂਡ, ਥੈਂਕ ਯੂ।